Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ. More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਫॉर ਯੂਐਸ ਇਮੀਗ੍ਰੇਸ਼ਨ। ਤੇ ਹਰ ਹਫਤੇ ਆਪਾਂ ਇਹ ਪ੍ਰੋਗਰਾਮ ਕਰਦੇ ਹਾਂ ਤੇ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹਦੇ ਵਿੱਚ ਅਸੀਂ ਇੱਕ ਤਾਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਘਟਨਾਵਾਂ ਉਹਦੇ ਬਾਰੇ ਜਾਣਕਾਰੀ ਦਿੰਦੇ ਹਾਂ, ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਹਾਂ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਕਿ ਇਸ ਪ੍ਰੋਗਰਾਮ ਨੂੰ ਇੰਨਾ ਲਾਈਕ ਕੀਤਾ ਤੇ ਇੰਨੇ ਤੁਸੀਂ ਮੈਨੂੰ ਸਵਾਲ ਲਿਖ ਕੇ ਭੇਜ ਦਿਓ ਤੇ ਮੇਰੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮੈਂ ਉਹਨਾਂ ਦਾ ਜਿੰਨਾ ਵੀ ਜਵਾਬ ਦੇ ਸਕਾਂ ਉਹ ਦੇਵਾਂ। ਤੇ ਮੈਨੂੰ ਕਾਫੀ ਕਾਲਾਂ ਆਉਂਦੀਆਂ ਨੇ, ਲੋਕ ਐਪਰੀਸ਼ੀਏਟ ਕਰਦੇ ਆ ਤੇ ਮੈਂ ਇਹ ਆਪਣਾ ਫਰਜ਼ ਸਮਝਦਾ ਕਿ ਜਿਸ ਤਰ੍ਹਾਂ ਹੁਣ ਮੈਨੂੰ 22-23 ਸਾਲ ਹੋ ਗਏ ਇੱਥੇ ਵਕਾਲਤ ਕਰਦੇ ਨੂੰ ਐਜ਼ ਅਟਰਨੀ ਐਟ ਲਾਅ ਅਮਰੀਕਾ 'ਚ, ਤੇ ਜਿੰਨੀ ਕੁ ਮੈਨੂੰ ਲਾਅ ਦੀ ਸਮਝ ਹੈਗੀ ਆ ਉਹਦੇ ਮੁਤਾਬਕ ਜੇ ਤੁਹਾਡੇ ਜਿਹੜੇ ਮਸਲੇ ਨੇ ਉਹਨਾਂ ਬਾਰੇ ਕੁਝ ਜਾਣਕਾਰੀ ਦੇ ਸਕਾਂ ਜਾਂ ਇਮੀਗ੍ਰੇਸ਼ਨ ਬਾਰੇ ਜਨਰਲ ਜਿਹੜੀ ਹੈਗੀ ਜਾਣਕਾਰੀ ਦਿੱਤੀ ਜਾਵੇ ਤਾਂ ਉਹਦਾ ਸਾਰਿਆਂ ਨੂੰ ਭਲਾ ਹੁੰਦਾ, ਉਹ ਮੈਂ ਆਪਣਾ ਫਰਜ਼ ਸਮਝਦਾ। ਤਾਂ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਵੀਜ਼ਾ ਬੁਲੇਟਿਨ ਦੀ। ਹੁਣ ਦਸੰਬਰ ਦਾ ਵੀਜ਼ਾ ਬੁਲੇਟਿਨ ਆ ਗਿਆ ਤੇ ਲੇਕਿਨ ਨਿਰਾਸ਼ਾ ਵਾਲੀ ਗੱਲ ਇਹ ਆ ਕਿ ਕੈਟੇਗਰੀਆਂ ਕੋਈ ਜ਼ਿਆਦਾ ਮੂਵ ਨਹੀਂ ਹੋਈਆਂ। ਹੁਣ ਜਿਹੜੀ F4 ਕੈਟੇਗਰੀ ਹੈਗੀ ਆ US ਸਿਟੀਜ਼ਨ ਦੇ ਭੈਣ ਭਰਾ ਵਾਲੀ, ਉੱਥੇ ਚੱਲ ਰਿਹਾ ਜੀ 15 ਸਤੰਬਰ 2005। F3 ਕੈਟੇਗਰੀ ਜਿਹੜੇ ਕਿ US ਸਿਟੀਜ਼ਨ ਦੇ ਮੈਰਿਡ ਬੱਚਿਆਂ ਵਾਲੀ, ਉੱਥੇ ਚੱਲ ਰਿਹਾ 22 ਨਵੰਬਰ 2008। F2B ਕੈਟੇਗਰੀ ਹੈ ਗ੍ਰੀਨ ਕਾਰਡ ਹੋਲਡਰਸ ਦੇ ਜਿਹੜੇ 21 ਸਾਲ ਤੋਂ ਉੱਪਰ ਬੱਚੇ ਆ, ਉੱਥੇ ਚੱਲ ਰਿਹਾ ਜੀ 22 ਸਤੰਬਰ 2015। F2A ਕੈਟੇਗਰੀ ਹੈ ਜਿਹੜੀ ਕਿ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ, ਉਹ ਕਰੰਟ ਆ। F1 ਕੈਟੇਗਰੀ ਜਿਹੜੀ ਉੱਥੇ ਚੱਲ ਰਿਹਾ ਜੀ 1 ਦਸੰਬਰ 2014। ਤੋਂ ਜਿਹੜੀਆਂ ਡੇਟਾਂ 'ਤੇ ਪੇਪਰ ਮੰਗ ਰਹੀ ਆ ਇਮੀਗ੍ਰੇਸ਼ਨ ਜਾਂ NVC ਕਹਿ ਲਓ, ਕਿਉਂਕਿ ਜਦੋਂ ਤੁਹਾਡਾ ਵੀਜ਼ਾ ਨੰਬਰ ਅਵੇਲੇਬਲ ਹੁੰਦਾ ਉਸ ਤੋਂ ਕੁਛ ਮਹੀਨੇ ਪਹਿਲਾਂ ਜਿਹੜੇ ਹੈਗੇ ਸਿਵਲ ਡਾਕੂਮੈਂਟਸ ਮੰਗੇ ਜਾਂਦੇ ਆ, ਉਹ ਡੇਟਾਂ ਹੈਗੀਆਂ ਜੀ F4 ਕੈਟੇਗਰੀ ਜਿਹੜੀ ਭਰਾ ਭੈਣ ਦੀ ਕੈਟੇਗਰੀ ਆ 1 ਜਨਵਰੀ 2006। F3 ਹੈਗੀ ਆ 22 ਅਗਸਤ 2009। F2B ਕੈਟੇਗਰੀ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਅਨਮੈਰਿਡ ਬੱਚੇ 22 ਸਤੰਬਰ 2016। F2A ਕੈਟੇਗਰੀ ਹੈ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ 1 ਸਤੰਬਰ 2021। F1 ਹੈ 15 ਮਈ 2016। ਸੋ ਲਗਭਗ ਇਹ ਉਹੀ ਡੇਟਾ ਨੇ ਜਿਹੜੀਆਂ ਕਿ ਪਿਛਲੇ ਮਹੀਨੇ ਵੀ ਇਹੀ ਸੀਗੀਆਂ। ਸੋ ਕੈਟੇਗਰੀਆਂ ਜਿਹੜੀਆਂ ਉਹ ਮੂਵ ਨਹੀਂ ਹੋਈਆਂ ਤੇ ਇੰਟਰਵਿਊਜ਼ ਵੀ ਨਹੀਂ ਆਈਆਂ। ਸੋ ਪਿਛਲੇ ਮਹੀਨੇ ਨਵੰਬਰ ਦੇ ਕੋਈ ਖਾਸ ਇੰਟਰਵਿਊਜ਼ ਜਿਹੜੀਆਂ ਨੇ ਉਹ ਉੱਥੇ ਅੰਬੈਸੀ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੀਆਂ ਤੇ ਇਹਦੇ ਕਰਕੇ ਕੈਟੇਗਰੀਆਂ ਮੂਵ ਨਹੀਂ ਹੋਈਆਂ। ਇਹ ਗੱਲ ਬੜੀ ਜਿਹੜੀ ਹੈਗੀ ਆ ਉਹ ਮੰਦਭਾਗੀ ਆ, ਕਿਉਂਕਿ ਬਹੁਤ ਸਾਲਾਂ ਤੋਂ ਲੋਕ ਵੀਜ਼ਾ ਨੰਬਰਸ ਉਡੀਕ ਰਹੇ ਨੇ ਤੇ ਇਸ ਕਰਕੇ ਇਹ ਸਾਨੂੰ ਉਮੀਦ ਸੀ ਕਿ ਇਹ ਕੈਟੇਗਰੀਆਂ ਅੱਗੇ ਜਿਹੜੀਆਂ ਮੂਵ ਹੋਣਗੀਆਂ ਤੇ ਵੀਜ਼ੇ ਮਿਲਣਗੇ, ਪਰ ਉਹ ਨਹੀਂ ਹੋਇਆ। ਤੇ ਇਹ ਮਸਲਾ ਅਸੀਂ ਜਦੋਂ ਪਿੱਛੇ ਸੈਨੇਟਰਸ ਨੂੰ ਮਿਲੇ ਆ ਉੱਥੇ ਵੀ ਚੱਕਿਆ ਸੀ। ਹੁਣ ਅਸੀਂ ਫੇਰ ਜਦੋਂ ਉਹਨਾਂ ਨੂੰ ਮਿਲਾਂਗੇ ਹਫ਼ਤੇ 10 ਦਿਨ ਤੱਕ ਫੇਰ ਚੱਕਾਂਗੇ ਕਿ ਇਹ ਫਾਸਟ ਹੋਣਾ ਚਾਹੀਦਾ, ਕਿਉਂਕਿ ਇਹ ਤਾਂ ਬਿਲਕੁਲ ਹੀ ਖੜ ਗਿਆ ਕੰਮ ਤੇ ਇਹ ਕਿਸੇ ਪ੍ਰਕਾਰ ਦੇ ਨਾਲ ਇਹ ਵਾਜਿਬ ਨਹੀਂ। ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਆ ਉਹ ਇਹ ਹੈਗੀ ਆ ਕਿ ਇਹ ਸਰਕਾਰ ਨੇ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਉਹਨੂੰ ਰੀਇਨਸਟੇਟ ਦੁਬਾਰਾ ਕਰ ਦਿੱਤਾ। ਇਹਨਾਂ ਨੇ ਜਦੋਂ ਪਾਵਰ 'ਚ ਆਏ ਸੀ ਤੇ ਇਹਨਾਂ ਨੇ ਇਹ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਜਿਹੜੀ ਕਿ ਪਿਛਲੀ ਸਰਕਾਰ ਨੇ ਲਾਈ ਸੀ ਉਹਨੂੰ ਬੰਦ ਕਰਤਾ ਸੀ। ਉਸ ਤੋਂ ਬਾਅਦ ਕੋਰਟ ਦੇ ਵਿੱਚ ਕੇਸ ਹੋਇਆ ਤੇ ਟੈਕਸਸ ਦੀ ਇੱਕ ਜਿਹੜੀ ਕੋਰਟ ਆ ਉਹਨੇ ਇਹ ਆਰਡਰ ਕੀਤਾ ਸੀਗਾ ਕਿ ਇਹ ਜਿਹੜਾ ਮਤਲਬ ਪ੍ਰੋਗਰਾਮ ਹੈ ਇਹਨੂੰ ਰੀਇਨਸਟੇਟ ਕੀਤਾ ਜਾਵੇ। ਉਹਨੇ ਅਗਸਤ ਦੇ ਮਹੀਨੇ ਦੇ ਵਿੱਚ ਟੈਕਸਸ ਦੇ ਇੱਕ ਡਿਸਟ੍ਰਿਕਟ ਕੋਰਟ ਜੱਜ ਨੇ ਇਹ ਆਰਡਰ ਕੀਤਾ ਸੀ ਤੇ ਇਹਦੇ ਨਾਲ ਜਿਹੜੀਆਂ MPP ਅਗਰੀਮੈਂਟ ਸੀਗੀਆਂ ਉਹ 2019 ਦੇ ਵਿੱਚ ਜਨਵਰੀ ਸ਼ੁਰੂ ਹੋਈਆਂ ਸੀਗੀਆਂ ਤੇ ਉਹਨਾਂ ਕਰਕੇ 70,000 ਬੰਦੇ ਜਿਹੜੇ ਸੀ ਉਹਨਾਂ ਨੂੰ ਮੈਕਸੀਕੋ ਭੇਜਿਆ ਗਿਆ ਤੇ ਉਹਨਾਂ ਦੀਆਂ ਹੀਅਰਿੰਗਸ ਉੱਥੇ ਹੋਈਆਂ ਤੇ ਉਹਨਾਂ ਵਿੱਚੋਂ ਜ਼ਿਆਦਾ ਬੰਦੇ ਡਿਪੋਰਟ ਕਰ ਦਿੱਤੇ ਗਏ। ਇਹ ਪਿਛਲੀ ਸਰਕਾਰ ਨੇ ਕੀਤਾ ਤੇ ਇਹ ਵੀ ਡਾਟਾ ਸਾਹਮਣੇ ਆਇਆ ਵੀ ਜਿਹੜੇ ਮਾਈਗਰੈਂਟਸ MPP ਅਗਰੀਮੈਂਟ ਦੇ ਥੱਲੇ ਵਾਪਸ ਮੋੜੇ ਗਏ ਮੈਕਸੀਕੋ ਤੇ ਉਹਨਾਂ ਨੂੰ ਬਹੁਤ ਡਿਫੀਕਲਟੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਵਿੱਚੋਂ ਉਹਨਾਂ ਨੂੰ ਕੋਈ ਵਕੀਲ ਦਾ ਜਿਹੜਾ ਸੀਗਾ ਉਹ ਨਹੀਂ ਮਿਲਿਆ ਤੇ ਉਹਨਾਂ ਦੇ ਕੇਸ ਜਿਹੜੇ ਸੀਗੇ ਉਹ ਫੇਲ ਹੋਏ। ਉੱਥੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਵਿੱਚੋਂ ਜ਼ਿਆਦਾ ਬੰਦੇ ਉੱਥੋਂ ਡਿਪੋਰਟ ਹੋਏ। ਹਿਊਮਨ ਰਾਈਟ ਅਬਿਊਜ਼ਸ ਵੀ ਹੋਏ, ਲੋਕਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਗਿਆ, ਕਈਆਂ ਦੀ ਕੁੱਟਮਾਰ ਵੀ ਹੋਈ, ਹੋਰ ਵੀ ਕਈ ਕਿਸਮ ਦੇ ਜਿਹੜੇ ਅਬਿਊਜ਼ਸ ਆ ਉਹ ਹੋਏ ਤੇ 1500 ਕੇਸ ਉੱਥੇ ਇੱਦਾਂ ਦੇ ਹੋਏ ਜਿਨ੍ਹਾਂ ਵਿੱਚ ਕਿ ਕਿਡਨੈਪਿੰਗ ਹੋਈ, ਅਸੌਲਟ ਹੋਇਆ, ਰੇਪ ਹੋਇਆ, ਟੌਰਚਰ ਹੋਇਆ ਤੇ ਇਸ ਕਿਸਮ ਦੇ ਜਿਹੜੇ ਕ੍ਰਾਈਮ ਨੇ ਉਹ ਹੋਏ। ਉਹ ਬੰਦਿਆਂ ਦੇ ਖਿਲਾਫ ਜਿਹੜੇ ਕਿ
ਮਜਬੂਰ ਹੋਏ ਇਹਨਾਂ ਅਗਰੀਮੈਂਟਾਂ ਥੱਲੇ ਮੈਕਸੀਕੋ ਰਹਿਣ ਲਈ ਤੇ ਆਪਣਾ ਕੇਸ ਉੱਥੇ ਲੜਨ ਵਾਸਤੇ। ਤੇ ਇਸ ਕਰਕੇ ਲੇਕਿਨ ਇਹਨਾਂ ਨੇ ਜਦੋਂ ਇਹ ਸਰਕਾਰ ਬਣੀ ਤੇ ਫਰਵਰੀ ਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਸਸਪੈਂਡ ਕਰਤਾ ਸੀ। ਤਕਰੀਬਨ 13,000 ਬੰਦੇ ਜਿਨ੍ਹਾਂ ਦੇ ਕਿ MPP ਅਗਰੀਮੈਂਟ ਥੱਲੇ ਉੱਥੇ ਸੀ ਉਹਨਾਂ ਨੂੰ ਐਂਟਰ ਇਹਨਾਂ ਨੇ ਕਰਵਾਇਆ ਅਮਰੀਕਾ ਦੇ ਵਿੱਚ ਤੇ ਉਹਨਾਂ ਦੇ ਕੇਸ ਜਿਹੜੇ ਹੈਗੇ ਲੜੇ। ਪਰ ਅਗਸਤ ਦੇ ਵਿੱਚ ਇੱਕ ਟੈਕਸਸ ਦੇ ਜੱਜ ਨੇ ਆਰਡਰ ਕਰਤਾ ਕਿ ਦੁਬਾਰਾ ਇਹ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਜਿਹਦੇ ਤਹਿਤ ਕਿ MPP ਅਗਰੀਮੈਂਟਸ ਕੀਤੀਆਂ ਜਾਂਦੀਆਂ ਇਹਨਾਂ ਮੁਲਕਾਂ ਦੇ ਨਾਲ ਕਿ ਉੱਥੇ ਹੀ ਰਹਿ ਕੇ ਬੰਦੇ ਆਪਣੇ ਕੇਸ ਲੜਨ, ਉਹਨੂੰ ਦੁਬਾਰਾ ਤੁਸੀਂ ਰੀਇਨਸਟੇਟ ਕਰੋ। ਸੋ ਹੁਣ ਜਿਹੜੀ ਨਵੀਂ ਗਾਈਡੈਂਸ ਆਈ ਹੈ ਸਰਕਾਰ ਦੀ ਉਹਦੇ ਮੁਤਾਬਕ ਇਹ ਆ ਕਿ ਜਿਹੜਾ MPP ਵਿਲ ਆਪਰੇਟ ਇਨ ਅ ਫੇਅਰਲੀ ਸਿਮਿਲਰ ਮੈਨਰ ਟੂ ਹਾਊ ਇਟ ਆਪਰੇਟਡ ਅੰਡਰ ਦ ਪ੍ਰੀਵੀਅਸ ਐਡਮਿਨਿਸਟ੍ਰੇਸ਼ਨ। Migrants will still be required to appear for court hearings in the same locations as before. However, there is some confusion about this point. The administration said that the individuals would be returned to Mexico in the state of Tamaulipas, bordering South Texas. But Mexican officials have said that they did not agree to this. ਇਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਪੁਰਾਣੀ ਜਿਹੜੀ ਸਰਕਾਰ ਸੀ ਇਹਨੂੰ ਇੰਪਲੀਮੈਂਟ ਕਰਦੀ ਸੀ ਉਸੇ ਤਰ੍ਹਾਂ ਹੀ ਹੋਣਗੀਆਂ, ਉਹ ਬੰਦਿਆਂ ਨੂੰ ਮੈਕਸੀਕੋ ਵਾਪਸ ਭੇਜਿਆ ਜਾਏਗਾ, ਉੱਥੇ ਰਹਿ ਕੇ ਆਪਣੇ ਕੇਸ ਲੜ ਸਕਦੇ ਆ। ਪਰ ਜਿਹੜੇ ਮੈਕਸੀਕਨ ਅਫੀਸ਼ੀਅਲ ਨੇ ਮੈਕਸੀਕੋ ਸਰਕਾਰ ਦੇ ਉਹਨਾਂ ਨੇ ਕਿਹਾ ਅਸੀਂ ਇਹਦੇ ਨਾਲ ਸਹਿਮਤ ਨਹੀਂ, ਅਸੀਂ ਇਹ ਬੰਦਿਆਂ ਨੂੰ ਰੱਖਣ ਨੂੰ ਤਿਆਰ ਨਹੀਂ। ਹੁਣ ਪਤਾ ਨਹੀਂ ਵੀ ਇਹ ਕਿਸ ਤਰ੍ਹਾਂ ਅੱਗੇ ਨੂੰ ਇੰਪਲੀਮੈਂਟ ਜਿਹੜਾ ਹੈਗਾ ਉਹ ਹੋਏਗਾ। ਤੇ ਜਿਹੜਾ ਅੱਗੇ MPP ਸੀਗਾ ਪਹਿਲਾਂ ਪਿਛਲੀ ਸਰਕਾਰ ਵੇਲੇ ਉਹ ਸਿਰਫ ਜਿਹੜੇ ਬ੍ਰਾਜ਼ੀਲ ਵਗੈਰਾ ਦੇ ਲੋਕ ਸੀ ਜਾਂ ਉਹਨਾਂ ਥਾਵਾਂ ਤੋਂ ਸੀ ਉਹਨਾਂ 'ਤੇ ਇੰਪਲੀਮੈਂਟ ਹੁੰਦਾ ਸੀ। ਹੁਣ ਇਹ ਉਸ ਤੋਂ ਜ਼ਿਆਦਾ ਬੰਦਿਆਂ 'ਤੇ ਵੀ ਇੰਪਲੀਮੈਂਟ ਹੋਏਗਾ ਤਾਂ ਕਿ ਜਿਹੜੇ ਬੰਦੇ ਹੇਟੀ ਵਗੈਰਾ ਤੋਂ ਆਉਂਦੇ ਆ ਜਾਂ ਕਰੀਬਨ ਨੈਸ਼ਨਲ ਨੇ ਉਹਨਾਂ ਨੂੰ ਵੀ ਉੱਥੇ ਜਿਹੜੇ ਨੌਨ ਮੈਕਸੀਕਨ ਸਪੀਕਿੰਗ ਬੰਦੇ ਨੇ ਉਹਨਾਂ ਨੂੰ ਵੀ ਉੱਥੇ ਮਤਲਬ ਭੇਜਿਆ ਜਾ ਸਕਦਾ। ਪਹਿਲਾਂ ਸਿਰਫ ਇਹ ਸੀ ਵੀ ਜਿਹੜੇ ਮੈਕਸੀਕਨ ਜਾਣਦੇ ਆ ਉਹਨਾਂ ਨੂੰ ਹੀ ਭੇਜਿਆ ਜਾਂਦਾ ਸੀ। ਤੇ ਹੁਣ ਇਹ ਆ ਕਿ ਇਹਦਾ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੇ ਸਾਡੇ ਆਪਣੇ ਪੰਜਾਬੀ ਆਉਂਦੇ ਇੰਡੀਆ ਤੋਂ ਆਉਂਦੇ ਆ ਉਹਨਾਂ 'ਤੇ ਇਹਦਾ ਕੀ ਇਫੈਕਟ ਪੈਂਦਾ, ਕਿਉਂਕਿ ਕਾਫੀ ਲੋਕ ਜਿਹੜੇ ਆ ਉਹ ਇਸ ਬਾਰਡਰ ਰਾਹੀਂ ਸਦਰਨ ਬਾਰਡਰ ਰਾਹੀਂ ਇੰਡੀਆ ਜਾਂ ਇਹਨਾਂ ਮੁਲਕਾਂ ਤੋਂ ਆਉਂਦੇ ਨੇ ਤੇ ਉਹਨਾਂ ਨੂੰ ਹੁਣ ਇਹਦੇ ਤਹਿਤ ਰੱਖਿਆ ਜਾਏਗਾ ਕਿ ਨਹੀਂ ਰੱਖਿਆ ਜਾਏਗਾ ਉੱਥੇ ਇਹਦੇ ਬਾਰੇ ਅਜੇ ਕਲੀਅਰ ਨਹੀਂ, ਇਹ ਟਾਈਮ ਦੱਸੇਗਾ। ਪਰ ਇਹ ਹੁਣ ਅਗਰੀਮੈਂਟ ਜਿਹੜੀ ਆ ਉਹ ਲਾਗੂ ਹੋ ਗਈਆਂ ਨੇ ਤੇ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਉਹ ਸਰਕਾਰ ਨੇ ਸ਼ੁਰੂ ਕਰ ਦਿੱਤੀ ਆ। ਅਗਲੀ ਜਿਹੜੀ ਇੰਪੋਰਟੈਂਟ ਖਬਰ ਆ ਉਹ ਹੈਗੀ ਆ ਵੀ ਆਹ ਸੋਮਵਾਰ ਤੋਂ ਜਿਹੜਾ ਕਿ ਹੁਣ ਕੱਲ੍ਹ ਨੂੰ ਆ ਉਹਦੇ ਤੋਂ ਜਿਹੜੀ ਨਵਾਂ ਵੇਰੀਐਂਟ ਆਇਆ ਓਮੀਕਰੋਨ ਵੇਰੀਐਂਟ ਉਹਦੇ ਕਰਕੇ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਉਹ ਜਿਹੜਾ ਨੈਗੇਟਿਵ ਟੈਸਟ ਕਰਾਉਣਾ ਉਹ ਵਿਦਿਨ 1 ਡੇ ਉਹ ਇੱਕ ਦਿਨ ਦੇ ਵਿੱਚ ਕਰਾਉਣਾ ਪਏਗਾ ਅਮਰੀਕਾ ਆਉਣ ਲਈ। ਸੋ ਇਹ ਨਵੀਂ ਰਿਕੁਆਇਰਮੈਂਟ ਆ। ਪਹਿਲਾਂ ਇਹ ਸੀ ਵੀ 3 ਦਿਨ ਦੇ ਵਿੱਚ ਟੈਸਟ ਕਰਾਉਣਾ ਪੈਣਾ ਸੀ, ਹੁਣ ਵਿਦਿਨ 1 ਡੇ ਜਦੋਂ ਤੁਸੀਂ ਟਰੈਵਲ ਕਰਨਾ ਉਦੋਂ ਇੱਕ ਦਿਨ ਦੇ ਵਿੱਚ ਤੁਹਾਨੂੰ ਟੈਸਟ ਜਿਹੜਾ ਉਹ ਕਰਾਉਣਾ ਪਏਗਾ। ਸੋ ਇਹ ਜਿਹੜੀ ਨਵੀਂ ਰਿਕੁਆਇਰਮੈਂਟ ਹੈਗੀ ਆ ਇਹ ਇਹਨਾਂ ਨੇ ਹੁਣ ਸ਼ੁਰੂ ਕੀਤੀ ਆ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਟੈਸਟ ਹੈ ਇਹ ਕਿਉਂਕਿ ਇਹਦੇ ਬਾਰੇ ਕਾਫੀ ਚਿੰਤਾ ਹੈਗੀ ਆ ਸਾਰੇ ਵਰਲਡ 'ਚ ਹੀ ਆ, ਅਮਰੀਕਾ ਦੇ ਵਿੱਚ ਵੀ ਬਹੁਤ ਆ ਤੇ ਇੱਕਦਮ ਟੈਸਟ ਵਿਦਿਨ 1 ਡੇ ਹੋਣਾ ਚਾਹੀਦਾ ਤੇ ਉਹ ਹੁਣ ਜਿਹੜਾ ਹੈਗਾ ਲਾਗੂ ਹੋ ਜਾਏਗਾ ਇੱਥੇ ਕੱਲ੍ਹ ਤੋਂ। ਤੇ ਇਹ ਇੱਕ ਬੜੀ ਇੰਪੋਰਟੈਂਟ ਜਿਹੜੀ ਹੈਗੀ ਆ ਉਹ ਖਬਰ ਆ। ਤੇ ਕਿਉਂਕਿ ਜਿਹੜੀ ਇੱਥੇ ਹੈਗੀ ਆ CDC ਉਹਨੇ ਜਿਹੜਾ ਹੈਗਾ ਉਹ ਜਿਹੜਾ ਕਰੰਟ ਟੈਸਟਿੰਗ ਆਰਡਰ ਹੈਗਾ ਉਹਨੂੰ ਮੋਡੀਫਾਈ ਕਰਕੇ ਇਹ ਕਰਤਾ ਕਿ ਜਿੰਨੇ ਵੀ ਇੰਟਰਨੈਸ਼ਨਲ 에ਅਰ ਟਰੈਵਲਰਸ ਨੇ ਉਹ ਇੱਕ ਦਿਨ ਪਹਿਲਾਂ ਆਉਣ ਤੋਂ ਇੱਥੇ ਟੈਸਟ ਕਰਾਉਣ ਤੇ ਉਹਨਾਂ ਦੀ ਰਿਪੋਰਟ ਜਿਹੜੀ ਆ ਨੈਗੇਟਿਵ ਚਾਹੀਦੀ ਆ। ਤੇ ਉਹ ਜਿਹੜੀ ਪਹਿਲਾਂ ਪਾਲਿਸੀ ਸੀ ਵੀ 3 ਦਿਨ ਪਹਿਲਾਂ ਕਰਾਓ ਉਹ ਨਹੀਂ ਹੁਣ ਚੱਲੇਗੀ। ਸੋ ਵਿਦਿਨ 1 ਡੇ ਆਉਣ ਤੋਂ ਪਹਿਲਾਂ ਇਹ ਟੈਸਟ ਜਿਹੜੇ ਕਰਾਉਣੇ ਪੈਣਗੇ ਤੇ ਇਹ ਨਵਾਂ ਜਿਹੜਾ ਹੁਣ ਆਇਆ ਹੈਗਾ ਵੇਰੀਐਂਟ ਉਹਦੇ ਕਰਕੇ ਇਹ ਹੈ। ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਇੱਕ ਰਿਪੋਰਟ ਆਈ ਆ ਜਿਹਦੇ ਵਿੱਚ ਕਿ ਇੱਕ ਸਟੱਡੀ ਆ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਬਹੁਤ ਜ਼ਿਆਦਾ ਇਮੀਗ੍ਰੈਂਟਸ ਦੀ ਇੱਥੇ ਲੋੜ ਆ ਕਿਉਂਕਿ ਇੱਥੇ ਜਿਹੜੀਆਂ ਹੁਣ ਇੱਥੇ ਬਿਜ਼ਨਸਿਸ ਨੇ ਚਾਹੇ ਕਿਸੇ ਕਿਸਮ ਦੇ ਵੀ ਬਿਜ਼ਨਸਿਸ ਨੇ, ਚਾਹੇ ਗੈਸ ਸਟੇਸ਼ਨ ਨੇ, ਚਾਹੇ ਸਟੋਰ ਨੇ, ਚਾਹੇ ਟਰੱਕਿੰਗ ਬਿਜ਼ਨਸ ਹੈ, ਚਾਹੇ ਫਾਰਮਿੰਗ ਜਿਹੜਾ ਹੈਗਾ ਫੀਲਡ ਆ, ਉਹਨਾਂ ਦੇ ਵਿੱਚ ਵਰਕਰਸ ਦੀ ਬਹੁਤ ਜ਼ਿਆਦਾ ਲੋੜ ਆ। ਸੋ ਇਕੋਨਮੀ ਨੂੰ ਇਸ ਟਾਈਮ 'ਤੇ ਬਹੁਤ ਜ਼ਿਆਦਾ ਵਰਕਰਸ ਦੀ ਲੋੜ ਆ। ਸਪੈਸ਼ਲੀ ਜਿਹੜਾ ਇਹਨਾਂ ਨੇ ਨਵਾਂ ਹੁਣ ਬਿੱਲ ਪਾਸ ਹੋਇਆ ਇਨਫਰਾਸਟਰਕਚਰ ਬਿੱਲ ਉਹਦੇ ਵਿੱਚ ਵੀ ਜਿਹੜੀ ਕੰਸਟਰਕਸ਼ਨ ਵਗੈਰਾ ਹੋਣੀ ਆ ਕੰਮ ਹੋਣਾ ਉਹਦੇ ਵਾਸਤੇ ਵਰਕਰ ਚਾਹੀਦੇ ਆ। ਸੋ ਇਸ ਕਰਕੇ ਇੱਥੇ ਹੁਣ ਇਸ ਟਾਈਮ 'ਤੇ
ਜਿਹੜਾ ਹਾਊਸ ਦੇ ਵਿੱਚ ਬਿੱਲ ਪਾਸ ਹੋਇਆ ਤਾਂ ਸੈਨੇਟ ਦੇ ਵਿੱਚ ਉਹ ਪੈਂਡਿੰਗ ਆ, ਉਹਨੂੰ ਵੀ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਹੈਗੇ ਆ ਸ਼ੂਮਰ, ਉਹਨਾਂ ਨੇ ਕਿਹਾ ਕਿ ਅਸੀਂ ਦਸੰਬਰ ਦੇ ਵਿੱਚ ਟੇਕ ਅਪ ਕਰਾਂਗੇ। ਉਹ ਜਿਹੜਾ ਬਿੱਲ ਹੈਗਾ ਬਿਲਡ ਬੈਕ ਬੈਟਰ ਜਿਹੜੀ ਹੈਗੀ ਲੈਜਿਸਲੇਸ਼ਨ, ਇਹਦੇ ਵਿੱਚ ਇਹ ਕਹਿ ਰਹੇ ਆ ਕਿ ਜਿਹੜੇ 2011 ਜਨਵਰੀ ਤੋਂ ਪਹਿਲਾਂ ਬੰਦੇ ਐਂਟਰ ਹੋਏ ਨੇ, ਜਿਵੇਂ ਜਿਹੜੇ 2010 ਦਸੰਬਰ ਤੱਕ ਹੋਏ ਆ, ਉਹਨਾਂ ਨੂੰ 5 ਸਾਲ ਲਈ ਵਰਕ ਪਰਮਿਟ ਅਤੇ ਇੱਥੇ ਜਿਹੜੀ ਹੈਗੀ ਆ ਰਹਿਣ ਦੀ ਪਰਮਿਸ਼ਨ ਦੇ ਨਾਲ ਹੀ ਜਿਹੜੀ ਜਾਣ ਆਉਣ ਦੀ ਪਰਮਿਸ਼ਨ ਮਿਲੇਗੀ। ਉਦੋਂ ਬਾਅਦ 5 ਸਾਲ ਲਈ ਇੱਕ ਵਾਰੀ ਹੋਰ ਰਿਨਿਊ ਹੋਏਗਾ, ਟੈਂਪਰਰੀ ਵੀਜ਼ਾ ਹੋਏਗਾ, ਗ੍ਰੀਨ ਕਾਰਡ ਨਹੀਂ ਮਿਲੇਗਾ। ਅਤੇ ਉਹਦੇ ਨਾਲ ਉਹਦੇ 'ਚ ਇਹ ਵੀ ਲਿਖਿਆ ਕਿ ਜਿਹੜੇ 1992 ਤੋਂ ਹੁਣ ਤੱਕ ਜਿਹੜੇ ਇੰਪਲੋਇਮੈਂਟ ਬੇਸਡ ਵੀਜ਼ਾਜ਼ ਲੋਕਾਂ ਨੂੰ ਇਸ਼ੂ ਨਹੀਂ ਕੀਤੇ ਗਏ, ਜਿਹੜੇ ਕਿ ਹੱਕਦਾਰ ਸੀ ਪਰ ਉਹ ਬੰਦਿਆਂ ਨੂੰ ਕਿਸੇ ਵਜ੍ਹਾ ਕਰਕੇ ਨਹੀਂ ਮਿਲੇ, ਉਹ ਤਕਰੀਬਨ 1,57,000 ਬਣਦੇ ਆ, ਵੀ ਉਹ ਵੀ ਹੁਣ ਦੁਬਾਰਾ ਇਸ਼ੂ ਕੀਤੇ ਜਾਣਗੇ ਜਿਹੜੇ ਬੰਦੇ ਲਾਈਨ 'ਚ ਲੱਗੇ ਨੇ, ਤਾਂ ਕਿ ਉਹਨਾਂ ਦੀ ਵਾਰੀ ਜਲਦੀ ਆ ਸਕੇ। ਅਤੇ ਇਹਦੇ ਨਾਲ 2,62,000 ਜਿਹੜੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ, ਜਿਹਦੇ ਵਿੱਚ ਕਿ F4 ਕੈਟੇਗਰੀ ਆ ਜਾਂਦੀ, ਭਰਾ ਭੈਣ ਦੀ, US ਸਿਟੀਜ਼ਨ ਦੀ, F3 ਕੈਟੇਗਰੀ ਆ ਜਾਂਦੀ ਹੈ ਮੈਰਿਡ ਬੱਚਿਆਂ ਦੀ, ਅਤੇ ਜਿਹੜੀਆਂ ਹੋਰ ਕੈਟੇਗਰੀਆਂ ਇਸ ਕਿਸਮ ਦੀਆਂ ਹੈਗੀਆਂ, ਉਹਨਾਂ ਦੇ ਵਿੱਚ ਇਹ ਜਿਹੜੇ ਵੀਜ਼ੇ ਹੁਣ ਤੱਕ ਯੂਜ਼ ਨਹੀਂ ਕੀਤੇ ਗਏ ਉਹ ਵੀ ਕੀਤੇ ਜਾਣ। ਇਹ ਵੀ ਰੱਖਿਆ ਗਿਆ ਤਾਂ ਕਿ ਇਹਦੇ ਨਾਲ ਕਾਫੀ ਜਿਹੜੀ ਇਹਨਾਂ ਕੈਟੇਗਰੀਜ਼ ਦੇ ਵਿੱਚ ਉਹ ਤੇਜ਼ੀ ਆ ਸਕਦੀ ਆ ਜੇ ਇਹ ਪਾਸ ਹੋ ਗਿਆ। ਸੋ ਇਹ 'ਚ ਉਮੀਦ ਹੈਗੀ ਆ ਪਾਸ ਹੋਣ ਦੀ। ਅਤੇ ਇਹਦੇ ਵਿੱਚ ਜਿਹੜਾ ਹੈਗਾ ਉਹ USCIS ਵਾਸਤੇ ਵੀ ਕਾਫੀ ਪੈਸਾ ਰੱਖਿਆ ਗਿਆ ਤਾਂ ਕਿ ਹੋਰ ਆਫਿਸਰ ਹਾਇਰ ਕਰ ਸਕਣ, ਅਤੇ ਉਹ ਇਹਨੂੰ ਜਿਹੜਾ ਸਾਰਾ ਕੰਮ ਜਿਹੜਾ ਉਹ ਤੇਜ਼ ਅੱਗੇ ਨਾਲੋਂ ਕੀਤਾ ਜਾ ਸਕੇ, ਕਿਉਂਕਿ ਬਹੁਤ ਜ਼ਿਆਦਾ ਸਲੋਅ ਹੈ। ਇੱਥੇ ਜਿਹੜਾ ਵਰਕ ਪਰਮਿਟ ਰਿਨਿਊ ਕਰਾਉਂਦਾ ਪੋਲੀਟੀਕਲ ਅਸਾਈਲਮ ਵਾਲਾ, ਉਹਨੂੰ 1 ਸਾਲ ਲੱਗ ਜਾਂਦਾ ਤਕਰੀਬਨ। ਅਸੀਂ ਜਦੋਂ ਪਿਛਲੇ ਵਾਰੀ ਮਿਲੇ ਹਾਂ ਸੈਂਟਰਾਂ ਨੂੰ, ਅਸੀਂ ਗੱਲ ਇਹ ਚੱਕੀ ਆ ਉਹਨਾਂ ਕੋਲ, ਸਾਨੂੰ ਉਹਨਾਂ ਦਾ ਰਿਸਪੌਂਸ ਬੈਕ ਵੀ ਆਇਆ ਕਿ ਉਹ ਇਹਦੇ ਬਾਰੇ ਉਹਨਾਂ ਨੇ ਜਿਹੜਾ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ ਆ ਉਹਦੇ ਨਾਲ ਗੱਲਬਾਤ ਕੀਤੀ ਆ ਕਿ ਜਿਹੜੇ ਇਹ ਵਰਕ ਪਰਮਿਟ ਰਿਨਿਊਵਲ ਦਾ ਟਾਈਮ ਹੈ 1 ਸਾਲ ਬਹੁਤ ਜ਼ਿਆਦਾ, ਇਹ 3 ਮਹੀਨੇ ਹੋਣਾ ਚਾਹੀਦਾ ਜਿਵੇਂ ਪਹਿਲਾਂ ਹੁੰਦਾ ਸੀ। ਇਹਦੇ ਨਾਲ ਜਿਹੜੀ ਅਸੀਂ ਦੂਜੀ ਮੰਗ ਰੱਖੀ ਸੀ ਉਹ ਸੀਗੀ ਅੰਬੈਸੀ ਦੀ, ਕਿ ਜਿਹੜੀ ਅੰਬੈਸੀ ਹੈਗੀ ਇਮੀਗਰੈਂਟ ਵੀਜ਼ੇ ਵਾਸਤੇ ਬੰਬੇ ਤੋਂ ਦਿੱਲੀ ਸ਼ਿਫਟ ਹੋਵੇ ਤਾਂ ਕਿ ਉੱਥੇ ਕੰਮ ਤੇਜ਼ ਹੋਵੇ, ਇਹਦੇ ਨਾਲੇ ਸੌਖਾ ਹੋਵੇ ਪੰਜਾਬ ਦੇ ਬੰਦਿਆਂ ਨੂੰ ਜਾਣ ਲਈ। ਉਹਦੇ ਬਾਰੇ ਵੀ ਉਹਨਾਂ ਦਾ ਸਾਨੂੰ ਫੀਡਬੈਕ ਆਇਆ ਕਿ ਉਹਨਾਂ ਨੇ ਉਹ ਸ਼ੁਰੂ ਕਰ ਦਿੱਤਾ, ਅਤੇ ਸਟੇਟ ਡਿਪਾਰਟਮੈਂਟ ਨਾਲ ਉਹਨਾਂ ਦੀ ਗੱਲਬਾਤ ਜਾਰੀ ਹੈ ਕਿ ਕਿਸ ਤਰ੍ਹਾਂ ਹੋਏਗਾ। ਜਿਵੇਂ ਜਿਵੇਂ ਅਗਲੀ ਡਿਵੈਲਪਮੈਂਟ ਹੋਏਗੀ ਮੈਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਦਿਆਂਗਾ। ਇਹਦੇ ਨਾਲ ਅਸੀਂ ਜਿਹੜਾ ਉੱਥੇ ਕਿਸਾਨਾਂ ਦੀ ਮੂਵਮੈਂਟ ਚੱਲ ਰਹੀ ਸੀ ਇੰਡੀਆ ਦੇ ਵਿੱਚ, ਉਹਦੇ ਬਾਰੇ ਵੀ ਜਿੰਨੇ ਲੀਡਰਾਂ ਨੂੰ ਮਿਲਦੇ ਰਹੇ ਮਸਲਾ ਉਠਾਉਂਦੇ ਰਹੇ। ਚਲੋ ਹੁਣ ਤਾਂ ਉਹ ਮਸਲਾ ਵਾਹਿਗੁਰੂ ਦੀ ਕਿਰਪਾ ਨਾਲ ਤਕਰੀਬਨ ਹੱਲ ਹੋ ਗਿਆ, ਉਹ ਕਾਨੂੰਨ ਵਾਪਸ ਹੋ ਗਏ, ਪਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਸੀ। ਸੋ ਪਿਛਲੇ ਸਾਲ ਦੌਰਾਨ 2021 ਦੇ ਵਿੱਚ ਵੀ ਜਿੰਨੇ ਵੀ ਸਾਨੂੰ ਲੀਡਰ ਮਿਲੇ ਨੇ ਅਮਰੀਕਾ ਦੇ, ਉਹਨਾਂ ਕੋਲ ਅਸੀਂ ਜਿੱਥੇ ਜਿਹੜੀਆਂ ਅਮਰੀਕਨ ਇਮੀਗ੍ਰੇਸ਼ਨ ਦੀਆਂ ਜਾਂ ਹੋਰ ਜਿਹੜੇ ਸਾਡੇ ਮਸਲੇ ਆ ਉਹ ਚੱਕੇ ਆ, ਉਹਦੇ ਨਾਲ ਇਹ ਮਸਲਾ ਵੀ ਜਿਹੜਾ ਹਮੇਸ਼ਾ ਅਸੀਂ ਉਠਾਇਆ, ਚਾਹੇ ਉਹ ਹਾਊਸ ਦੇ ਸਪੀਕਰ ਹੋਵੇ ਨੈਂਸੀ ਪਲੋਸੀ, ਚਾਹੇ ਉਹ ਕੈਲੀਫੋਰਨੀਆ ਦੇ ਗਵਰਨਰ ਹੋਣ, ਨਿਊ ਜਰਸੀ ਦੇ ਗਵਰਨਰ ਹੋਣ, ਚਾਹੇ ਉਹ ਕਾਂਗਰਸਮੈਨ ਹੋਣ, ਚਾਹੇ ਸੈਨੇਟਰ ਹੋਣ, ਅਤੇ ਅਸੀਂ ਹਰੇਕ ਲੈਵਲ 'ਤੇ ਉਹ ਜਿਹੜਾ ਇਸ਼ੂ ਹੈਗਾ ਹਮੇਸ਼ਾ ਚੱਕਿਆ ਅਤੇ ਹਿਊਮਨ ਰਾਈਟ ਅਬਿਊਸਿਸ ਦੀ ਗੱਲ ਕੀਤੀ ਆ, ਤਾਂ ਕਿ ਸਾਡੀ ਕੋਸ਼ਿਸ਼ ਸੀਗੀ ਕਿ ਇਹਦੇ ਬਾਰੇ ਜੇ ਕੋਈ ਰੋਲ ਪਲੇ ਇਹ ਸਰਕਾਰ ਕਰ ਸਕੇ ਤਾਂ ਉਹ ਇਹਨੂੰ ਮਸਲੇ ਨੂੰ ਹੱਲ ਕਰਨ ਲਈ ਹੋਣਾ ਚਾਹੀਦਾ। ਪਰ ਉਹ ਹੁਣ ਹੱਲ ਹੋ ਗਿਆ। ਚਲੋ ਅਕਾਲ ਪੁਰਖ ਵਾਹਿਗੁਰੂ ਦਾ ਬਹੁਤ ਧੰਨਵਾਦ ਹੈ ਅਤੇ ਬਹੁਤ ਬਹੁਤ ਵਧਾਈ ਸਾਡੇ ਕਿਸਾਨ ਵੀਰਾਂ ਨੂੰ ਜਿਹੜੇ ਕਿ ਉੱਥੇ ਉਹਨਾਂ ਨੇ 1 ਸਾਲ ਤੋਂ ਉੱਤੇ ਸੰਘਰਸ਼ ਲੜਿਆ ਅਤੇ ਉਹਨਾਂ ਨੇ ਇਹਦੀ ਜਿਹੜੀ ਹੈਗੀ ਜਿੱਤ ਪ੍ਰਾਪਤ ਕੀਤੀ, ਇੱਕ ਇਤਿਹਾਸਿਕ ਜਿੱਤ ਆ। ਅਤੇ ਅਸੀਂ ਮਤਲਬ ਇੱਥੇ ਆਪਣੇ ਵੱਲੋਂ ਜੋ ਵੀ ਤਿਲ ਫੁੱਲ ਪਾ ਸਕਦੇ, ਜਿੰਨੀ ਵੀ ਕੋਸ਼ਿਸ਼ ਕਰ ਸਕਦੇ ਸੀ ਉਹ ਕੀਤੀ। ਅਤੇ ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਆ ਕਿ ਜਿਹੜੇ ਪੋਲੀਟੀਕਲ ਅਸਾਈਲਮ ਦੇ ਕੇਸ ਨੇ, ਉਹਨਾਂ ਦੀਆਂ ਜਿਹੜੀਆਂ ਪੁਰਾਣੇ ਕੇਸ ਨੇ ਜਿਹੜੇ ਕਿ 2016-17 ਦੇ ਅਸਾਈਲਮ ਆਫਿਸ ਦੇ ਵਿੱਚ ਪਏ ਸੀ ਅਤੇ ਉਹਨਾਂ ਦੀਆਂ ਡੇਟਾਂ ਨਹੀਂ ਸੀ ਆ ਰਹੀਆਂ, ਉਹਨਾਂ ਦੀਆਂ ਡੇਟਾਂ ਹੁਣ ਆ ਰਹੀਆਂ ਨੇ। ਅਸੀਂ 2 ਇਹੋ ਜਿਹੇ ਕੇਸਾਂ ਦੀਆਂ ਪਿਛਲੇ ਹਫ਼ਤੇ ਡੇਟਾਂ ਕਢਾਈਆਂ, ਜਿਨ੍ਹਾਂ ਨੇ ਕਿ ਕੇਸ 2016 'ਚ ਇੱਕ ਨੇ ਅਪਲਾਈ ਕੀਤਾ ਸੀ, ਇੱਕ ਨੇ 2017 'ਚ ਕੀਤਾ ਸੀ, ਅਤੇ ਉਹਨਾਂ ਨੂੰ ਵਰਕ ਪਰਮਿਟ ਮਿਲੀ ਜਾ ਰਹੀ ਸੀ ਕਿ ਉਹਨਾਂ ਦੇ ਡੇਟਾ ਹੁਣ ਗਾਂ ਦਸੰਬਰ ਦੇ ਐਂਡ 'ਚ ਹੈਗੀਆਂ ਨੇ। ਸੋ ਉਹ ਡੇਟਾ ਹੁਣ ਉਹ ਦੇ ਰਹੇ ਨੇ, ਅਤੇ ਲੇਕਿਨ ਇਹ ਨਹੀਂ ਵੀ ਹਰੇਕ ਬੰਦੇ ਨੂੰ ਦੇ ਰਹੇ ਆ, ਉਹ ਮਤਲਬ ਕਿਸੇ ਨੂੰ ਦੇ ਰਹੇ, ਪਰ ਦੇਣੀਆਂ ਸ਼ੁਰੂ ਕਰਤੀਆਂ ਇਹਨਾਂ ਨੇ। ਅਤੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਬੰਦੇ ਹੁਣ ਇੰਟਰਸਟਡ ਹੈਗੇ ਇੰਟਰਵਿਊ ਕਰਾਉਣ ਵਾਸਤੇ, ਉਹਨਾਂ ਦੀ ਅਸੀਂ ਮਤਲਬ ਪਿੱਛੇ ਪੈ ਕੇ ਡੇਟ ਕਢਾਈਏ। ਉਹਨੂੰ ਟਾਈਮ ਜ਼ਰੂਰ ਲੱਗਦਾ, ਪਰ ਜੇ ਉਹਨਾਂ ਦੇ ਰਿਸੋਰਸਿਸ ਪਰਮਿਟ ਕਰਨ ਤਾਂ ਉਹ ਡੇਟ ਦੇ ਦਿੰਦੇ ਆ। ਪਰ ਕਈ ਵਾਰੀ ਇਹ ਵੀ ਕਹਿੰਦੇ ਵੀ ਸਾਡੇ ਰਿਸੋਰਸਿਸ ਜਿਹੜੇ ਆ ਉਹ ਪਰਮਿਟ ਨਹੀਂ ਕਰਦੇ। ਅਤੇ ਸਾਡੀਆਂ 2 ਅਸਾਈਲਮ ਕੋਰਟ ਦੇ ਵਿੱਚ ਹੀਅਰਿੰਗ ਸੀਗੀਆਂ ਪਿਛਲੇ ਵੀਕ, ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਦੋਨੇ ਕੇਸ ਉਹ ਪਾਸ ਹੋਏ ਆ, ਅਤੇ ਉਹਦੇ ਨਾਲ ਉਹਨਾਂ ਨੂੰ ਅਸਾਈਲਮ ਮਿਲਿਆ। ਸੋ ਅਸਾਈਲਮ ਦੇ ਕੇਸ ਵੀ ਹੁਣ ਜਿਹੜੇ ਆ ਉਹ ਉਸੇ ਤਰ੍ਹਾਂ ਹੀ ਪਾਸ ਹੋ ਰਹੇ ਨੇ ਜਿਸ ਤਰ੍ਹਾਂ ਕਿ ਪਹਿਲਾਂ ਹੁੰਦੇ ਸੀਗੇ।
ਤੇ ਜਿਹੜੇ ਇੱਕ ਫੈਮਿਲੀ ਜਿਹੜੀ ਆ ਉਹਨੂੰ ਅਸੀਂ ਬੌਂਡ ਦੇ ਬਾਹਰ ਕਢਾਇਆ ਤੇ ਉਹ ਵੀ ਹੁਣ ਜਿਹੜਾ ਬੌਂਡ ਵਾਲਾ ਕੰਮ ਚੱਲ ਰਿਹਾ। ਪਰ ਜਿਹੜੀ ਆ ਰਿਮੇਨ ਇਨ ਮੈਕਸੀਕੋ ਪਾਲਿਸੀ ਆ, ਇਹਦੇ 'ਚ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਜਦੋਂ ਇੰਪਲੀਮੈਂਟ ਹੁੰਦੀ ਆ ਕਿ ਕੀ ਇਹ ਸਿਰਫ ਜਿਹੜੇ ਸਪੈਨਿਸ਼ ਸਪੀਕਿੰਗ ਲੋਕ ਨੇ ਉਹਨਾਂ ਤੱਕ ਹੀ ਸੀਮਿਤ ਰਹਿੰਦੀ ਆ ਕਿ ਜਿਹੜੇ ਆਪਣੇ ਇੰਡੀਆ ਤੋਂ ਆਉਂਦੇ ਉਹਨਾਂ 'ਤੇ ਵੀ ਲਾਗੂ ਹੋਏਗੀ, ਕਿਉਂਕਿ ਇਹ ਪਾਲਿਸੀ ਬੜੀ ਸਖਤ ਆ। ਇਹਦੇ ਤਹਿਤ ਉੱਥੇ ਮੈਕਸੀਕੋ 'ਚ ਰਹਿਣਾ ਪੈਂਦਾ, ਕੇਸ ਪਾਸ ਹੋਣ ਦੀ ਕੋਈ ਉਮੀਦ ਨਹੀਂ। ਸੋ ਇਹ ਜਿਹੜੀ ਆ ਇਹ ਦੇਖਣ ਵਾਲੀ ਗੱਲ ਹੈ ਵੀ ਇਹ ਲਾਗੂ ਸਰਕਾਰ ਕਿਹਦੇ 'ਤੇ ਕਰੇਗੀ। ਸੋ ਇਹ ਸਮਾਂ ਜਿਹੜਾ ਹੈਗਾ ਉਹ ਦੱਸੇਗਾ। ਸੋ ਇਹ ਸੀਗੀਆਂ ਜੀ ਇੰਪੋਰਟੈਂਟ ਇਸ ਵੀਕ ਦੀਆਂ ਖਬਰਾਂ। ਤੇ ਹੁਣ ਸਮਾਂ ਹੋਇਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ। ਸੋ ਪਹਿਲਾ ਸਵਾਲ ਲੈਂਦੇ ਹਾਂ ਜੀ ਆਪਾਂ। ਤੇ ਇੱਕ ਤਾਂ ਇਹ ਕਹਿ ਰਹੇ ਨੇ ਕਿ ਸਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਕੀਪ ਇਟ ਅਪ। ਠੀਕ ਹੈ, ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਸ਼ਲਾਘਾ ਕਰਦੇ ਹੋ। ਮੇਰੀ ਕੋਸ਼ਿਸ਼ ਹੁੰਦੀ ਆ ਕਿ ਜੋ ਵੀ ਅਪਡੇਟ ਹੋਵੇ ਉਹ ਤੁਹਾਡੇ ਅੱਗੇ ਰੱਖੀ ਜਾਵੇ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਕਿ F3 ਤੇ F4 ਕੈਟਾਗਰੀ ਦੀਆਂ ਜਿਹੜੀਆਂ ਇੰਟਰਵਿਊਜ਼ ਹੈਗੀਆਂ ਉਹ ਕੋਈ ਨਹੀਂ ਹੋ ਰਹੀਆਂ, ਇਹਦਾ ਕੀ ਹੱਲ ਆ। ਇਹਦੇ ਬਾਰੇ ਅਸੀਂ ਵੀ ਚਿੰਤਤ ਹਾਂ ਜੀ। ਮੈਂ ਹੁਣ ਕਹਿ ਕੇ ਹਟਿਆ ਪਹਿਲਾਂ ਵੀ ਜਿਹੜਾ ਵੀਜ਼ਾ ਬੁਲੇਟਿਨ ਆਇਆ ਦਸੰਬਰ ਦਾ, ਇਹਦੇ ਵਿੱਚ ਕੋਈ ਵੀ ਮੂਵਮੈਂਟ ਨਹੀਂ ਹੈਗੀ ਕਿ ਕੋਈ ਵੀਜ਼ਾ ਅੱਗੇ ਤੁਰਿਆ ਹੋਵੇ ਜਾਂ ਕਿਸੇ ਨੂੰ ਮਿਲਿਆ ਹੋਵੇ। ਸੋ ਇਸ ਕਰਕੇ ਇਹਦੇ ਬਾਰੇ ਅਸੀਂ ਮਸਲਾ ਪਿੱਛੇ ਅਸੀਂ ਉਠਾਇਆ ਸੀ, ਹੁਣ ਫੇਰ ਉਠਾਵਾਂਗੇ। ਸਾਡੀ 2 ਵੀਕ ਤੱਕ ਮੀਟਿੰਗ ਹੈਗੀ ਆ ਕਈ ਲੀਡਰਾਂ ਨਾਲ, ਤੇ ਇਹ ਮਸਲਾ ਚੱਕਾਂਗੇ ਕਿ ਇਹ ਇੰਟਰਵਿਊਜ਼ ਕਿਉਂ ਬੰਦ ਨੇ, ਹੋਣੀਆਂ ਚਾਹੀਦੀਆਂ ਨੇ। ਇਹਦੀ ਪਤਾ ਨਹੀਂ ਵਜ੍ਹਾ ਕੀ ਆ, ਪਰ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਹੈਗਾ ਉਹ ਜਿਹੜੇ ਬੰਦਿਆਂ ਨੇ ਇੱਥੇ ਆਉਣਾ ਉਹਨਾਂ ਵਾਸਤੇ ਬਹੁਤ ਔਖਾ ਹੋਇਆ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਜੇ ਕੋਈ ਜਿਹੜੀ ਹੈਗੀ ਪ੍ਰਾਇਓਰਟੀ ਡੇਟ ਕਰੰਟ ਹੋ ਜਾਂਦੀ ਹੈ, ਜਿਵੇਂ F4 ਕੈਟਾਗਰੀ ਦੀ ਹੁਣ ਚੱਲ ਰਹੀ ਆ 15 ਸਤੰਬਰ 2005, ਤੇ ਕਿੰਨਾ ਟਾਈਮ ਲੱਗਦਾ ਵੀਜ਼ਾ ਦੇਣ ਨੂੰ। ਬੜਾ ਇੰਪੋਰਟੈਂਟ ਸਵਾਲ ਹੈ ਜੀ। ਮੈਂ ਅੱਗੇ ਵੀ ਆਪਣੀਆਂ ਵੀਡੀਓਜ਼ ਦੇ ਵਿੱਚ ਦੱਸ ਰਿਹਾ ਤੁਹਾਨੂੰ ਵੀ ਕਰੰਟ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਮਹੀਨੇ ਦੇ ਵਿੱਚ ਜਾਂ ਹਫ਼ਤੇ ਦੇ ਵਿੱਚ ਵੀਜ਼ਾ ਮਿਲ ਜੂਗਾ। ਕਰੰਟ ਹੋਣ ਦਾ ਮਤਲਬ ਹੈ ਵੀ ਉੱਥੇ ਤੱਕ ਉਹ ਪਹੁੰਚ ਗਏ ਆ। ਹੁਣ ਇਹੋ ਜਿਹੇ ਬੰਦੇ ਵੀ ਹੈਗੇ ਆ, ਚਾਹੇ ਉੱਥੇ ਹੁਣ ਇਸ ਟਾਈਮ F4 ਕੈਟਾਗਰੀ ਦੇ ਵਿੱਚ 15 ਸਤੰਬਰ 2005 ਚੱਲ ਰਿਹਾ, ਜਿਹੜੀ ਭਰਾ ਭੈਣ ਦੀ ਕੈਟਾਗਰੀ ਹੈ US ਸਿਟੀਜ਼ਨ ਦੀ, ਤੇ ਫਰਵਰੀ ਮਾਰਚ ਤੱਕ ਦੇ ਬੰਦੇ ਵੀ ਆ 2005 ਦੇ, ਜਿਨ੍ਹਾਂ ਨੂੰ ਅਜੇ ਤੱਕ ਵੀਜ਼ਾ ਨਹੀਂ ਮਿਲਿਆ, ਇੰਟਰਵਿਊ ਨਹੀਂ ਆਈ। ਸੋ ਅਜੇ ਇੰਟਰਵਿਊ ਦਾ ਕੋਈ ਪਤਾ ਨਹੀਂ ਕਦੋਂ ਆਉਣੀ ਹੈ। ਇਹਨੂੰ 6 ਮਹੀਨੇ ਵੀ ਲੱਗ ਸਕਦੇ ਆ, 8 ਮਹੀਨੇ ਵੀ ਲੱਗ ਸਕਦੇ, ਸਾਲ ਵੀ ਲੱਗ ਸਕਦਾ, ਜਿਹੜਾ ਹੁਣ ਦਾ ਸਿਸਟਮ ਆ। ਸੋ ਇਸ ਕਰਕੇ ਇਹਦੀ ਜਿਹੜੀ ਆ ਉਹ ਤੁਹਾਨੂੰ ਵੇਟ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ F3 ਕੈਟਾਗਰੀ ਦਾ ਜਿਹੜਾ ਰੀਕਨਸੀਲੇਸ਼ਨ ਬਿੱਲ 'ਚ ਫਾਇਦਾ ਹੋਏਗਾ। ਬਿਲਕੁਲ ਹੋਏਗਾ ਜੀ। ਮੈਂ ਦੱਸ ਕੇ ਹਟਿਆ ਤੁਹਾਨੂੰ ਕਿ ਜੇ ਇਹ ਬਿੱਲ ਪਾਸ ਹੋ ਗਿਆ ਸੈਨੇਟ ਦੇ ਵਿੱਚ ਤਾਂ 2,52,000 ਇਹੋ ਜਿਹੇ ਵੀਜ਼ੇ ਹੈਗੇ ਆ ਜਿਹੜੇ ਕਿ ਪਹਿਲਾਂ ਯੂਜ਼ ਨਹੀਂ ਹੋਏ, ਵੀ ਵੀਜ਼ਾ ਨੰਬਰ ਅਵੇਲੇਬਲ ਸੀ, ਉਹ ਬੰਦੇ ਆ ਨਹੀਂ ਸਕੇ ਜਾਂ ਉਹ ਤੋਂ ਬਾਹਰ ਹੋ ਗਏ ਜਾਂ ਕਿਸੇ ਤਰੀਕੇ ਨਾਲ 1992 ਤੋਂ ਹੁਣ ਤੱਕ ਉਹ 'ਚ ਰੱਖਿਆ ਗਿਆ ਵੀ ਉਹ ਸਾਰੇ ਵੀਜ਼ੇ ਦੁਬਾਰਾ ਯੂਜ਼ ਕੀਤੇ ਜਾਣ, ਵੇਸਟ ਨਾ ਜਾਣ, ਅਤੇ ਉਹਦੇ ਨਾਲ ਜਿਹੜੀਆਂ ਕੈਟਾਗਰੀਆਂ ਹੈਗੀਆਂ ਤੇਜ਼ ਹੋਣਗੀਆਂ ਜੇ ਉਹ ਪਾਸ ਹੁੰਦਾ। ਅਗਲਾ ਸਵਾਲ ਹੈ ਜੀ ਕਿ B2 ਵੀਜ਼ੇ ਦੀਆਂ ਇੰਟਰਵਿਊਜ਼ ਸ਼ੁਰੂ ਹੋਈਆਂ। ਹਾਂਜੀ, ਵਿਜ਼ਟਰ ਵੀਜ਼ੇ ਦੀਆਂ ਇੰਟਰਵਿਊ ਜ਼ਰੂਰ ਸ਼ੁਰੂ ਹੋਈਆਂ ਨੇ ਅਤੇ ਉਹਨਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਨੇ, ਪਰ ਡੇਟ ਉਹਦੀ ਵੀ ਬੜੀ ਮੁਸ਼ਕਿਲ ਮਿਲਦੀ ਆ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਕਿ F3 ਸਾਡੀ ਪ੍ਰਾਇਓਰਟੀ ਡੇਟ ਹੈਗੀ ਅਪ੍ਰੈਲ 2011 ਦੀ, ਅਤੇ ਜੇ ਬਿੱਲ ਪਾਸ ਹੋ ਜਾਂਦਾ ਸਾਨੂੰ ਕਿੰਨਾ ਕੁ ਫਾਇਦਾ ਹੋਏਗਾ। ਇਹਦੇ ਬਾਰੇ ਅਜੇ ਕਹਿਣਾ ਮੁਸ਼ਕਿਲ ਹੈ ਵੀ ਕਿੰਨਾ ਫਾਇਦਾ ਹੋਏਗਾ ਜਾਂ ਇਸ ਕੈਟਾਗਰੀ 'ਚ ਕਿੰਨੇ ਵੀਜ਼ੇ ਡਿਸਟਰੀਬਿਊਟ ਹੋਣਗੇ। ਲੇਕਿਨ ਇਹ ਜ਼ਰੂਰ ਆ ਵੀ ਜੇ ਉਹ ਬਿੱਲ ਪਾਸ ਹੋ ਜਾਂਦਾ ਤਾਂ ਮਤਲਬ ਕੁਛ ਨਾ ਕੁਛ ਵੀਜ਼ੇ ਜ਼ਰੂਰ ਇਸ ਕੈਟਾਗਰੀ ਜਾਣਗੇ, ਤਾਂ ਇਹਦਾ ਫਾਇਦਾ ਜਿਹੜਾ ਹੈਗਾ ਉਹ ਜ਼ਰੂਰ ਹੋਏਗਾ। ਪਰ ਇਹ ਨਹੀਂ ਆਪਾਂ ਦੱਸ ਸਕਦੇ ਕਿ 11 ਵਾਲਿਆਂ ਨੂੰ ਕਿੰਨਾ ਫਾਇਦਾ ਹੋਏਗਾ, ਕਿਉਂਕਿ ਅਜੇ ਇਸ ਕੈਟਾਗਰੀ ਦੇ ਵਿੱਚ ਜਿਹੜਾ ਹੈਗਾ F3 ਦੇ ਵਿੱਚ 2008 ਚੱਲ ਰਿਹਾ। ਸੋ ਇਹ ਹੁਣ ਪਤਾ ਨਹੀਂ ਵੀ ਕਿੰਨੇ ਕੁ ਵੀਜ਼ੇ ਉਹ 'ਚ ਇਸ਼ੂ ਹੋਣਗੇ ਅਤੇ 11 ਤੱਕ ਕਦੋਂ ਪਹੁੰਚਣਗੇ। ਅਗਲਾ ਸਵਾਲ ਹੈ ਜੀ ਕਿ ਮੈਂ ਆਪਣਾ ਗ੍ਰੀਨ ਕਾਰਡ 2019 'ਚ ਅਪਲਾਈ ਕੀਤਾ ਸੀ ਅਤੇ 1 ਸਾਲ ਅਸਾਈਲਮ ਪਾਸ ਹੋਣ ਤੋਂ ਬਾਅਦ ਇਹਨੂੰ ਕਿੰਨਾ ਟਾਈਮ ਲੱਗੂਗਾ। ਇਹਨੂੰ ਵੀ ਅੱਜ ਕੱਲ੍ਹ ਤਕਰੀਬਨ 2.5 ਸਾਲ ਤੋਂ ਉੱਪਰ ਟਾਈਮ ਲੱਗ ਰਿਹਾ ਜੀ, ਪਰ ਤੁਸੀਂ ਪਤਾ ਕਰਦੇ ਰਹੋ ਇਮੀਗ੍ਰੇਸ਼ਨ ਤੋਂ, ਪਰ ਕਾਫੀ ਟਾਈਮ ਲੱਗ ਰਿਹਾ। ਓਵਰ 2 ਸਾਲ ਤੋਂ ਉੱਪਰ ਲਾ ਲਓ, 2.5 ਦੇ ਕਰੀਬ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ F2A ਇੰਟਰਵਿਊ ਮੁੰਬਈ 'ਚ ਲੌਂਗ ਟਾਈਮ ਤੋਂ ਨਹੀਂ ਆਈ, ਇਹ ਵੀ ਇਸ਼ੂ ਰੇਜ਼ ਕਰੋ ਸੈਨੇਟਰਾਂ ਦੇ ਨਾਲ। F2A ਮੈਂ ਦੱਸ ਦਿਆਂ ਤੁਹਾਡੀ ਜਾਣਕਾਰੀ ਲਈ ਵੀ ਉਹ ਕੈਟਾਗਰੀ ਹੈ ਜਿਹੜੀ ਕਿ ਹਸਬੈਂਡ ਵਾਈਫ ਗ੍ਰੀਨ ਕਾਰਡ ਹੋਲਡਰ ਦੇ ਅਪਲਾਈ ਕਰਦੇ ਆ। ਜਿਵੇਂ ਕੋਈ ਹਸਬੈਂਡ ਜਾਂ ਵਾਈਫ ਗ੍ਰੀਨ ਕਾਰਡ ਹੋਲਡਰ ਆ, ਉਹ ਆਪਣੇ ਸਪਾਊਸ ਦਾ ਅਤੇ ਉਹਦੇ 21 ਸਾਲ ਤੋਂ ਘੱਟ ਬੱਚਿਆਂ ਦਾ। ਵਾਕਈ ਕੋਈ ਇੰਟਰਵਿਊ ਨਹੀਂ ਆਈ, ਬਹੁਤ ਦੇਰ ਤੋਂ ਨਹੀਂ ਆਈ। ਜਦੋਂ ਉਹਨਾਂ ਨੂੰ ਪੁੱਛਦੇ ਹਾਂ ਉਹ ਕਹਿੰਦੇ ਅਸੀਂ US ਸਿਟੀਜ਼ਨ ਦੀਆਂ ਇੰਟਰਵਿਊ ਪਹਿਲਾਂ ਕਰ ਰਹੇ ਹਾਂ, ਸਪਾਊਸਿਸ ਦੀਆਂ, ਉਹ ਵੀ ਨਹੀਂ ਅਜੇ ਹੋ ਰਹੀਆਂ। ਸੋ ਅਸੀਂ ਇਸ਼ੂ ਇਹ ਚੱਕਿਆ, ਅਗਲੀ ਵਾਰੀ ਇਹ ਇਸ਼ੂ ਫੇਰ ਚੱਕਾਂਗੇ ਅਤੇ ਉਹਦੀ ਕੋਸ਼ਿਸ਼ ਕਰਾਂਗੇ ਕਿ ਜੋ ਵੀ ਇਹਨੂੰ ਜਿੰਨੀ ਵੀ ਤੇਜ਼ੀ ਹੋ ਸਕੇ। ਅਗਲਾ ਸਵਾਲ ਹੈ ਜੀ ਕਿ I-130 ਅਪਲਾਈ ਕੀਤਾ ਸੀ ਫॉर ਏਲੀਅਨ ਸਪਾਊਸ, ਅਤੇ ਉਹ ਕਹਿੰਦੇ ਆ ਕਿ ਅਸੀਂ ਅਪਰੂਵਲ ਦੀ ਵੇਟ ਕਰੀਏ ਕਿ ਐਡਜਸਟਮੈਂਟ ਆਫ ਸਟੇਟਸ ਫਾਈਲ ਕਰੀਏ। ਇਹ ਦੇਖੋ ਜੀ,
ਜੇ ਤਾਂ ਤੁਹਾਡਾ ਜਿਹੜਾ ਸਪਾਊਸ ਆ ਉਹ ਅਮਰੀਕਾ ਦੇ ਵਿੱਚ ਆ, ਕਿ ਜੇ ਫਾਰ ਐਗਜ਼ਾਮਪਲ ਤੁਸੀਂ ਸਿਟੀਜ਼ਨ ਹੋ ਅਤੇ ਤੁਹਾਡਾ ਹਸਬੈਂਡ ਜਾਂ ਵਾਈਫ ਅਮਰੀਕਾ 'ਚ ਆ ਤਾਂ ਉਹ ਵੀਜ਼ਾ ਲੈ ਕੇ ਆਏ ਨੇ B1 B2 ਇੱਥੇ ਲੀਗਲ ਐਂਟਰੀ ਆ, ਫਿਰ ਉਹ ਵਿਆਹ ਕਰਾ ਕੇ ਅਤੇ ਤੁਸੀਂ ਸਟੇਟ ਵੇ I-130 ਅਤੇ 485 ਇਕੱਠਾ ਅਪਲਾਈ ਕਰ ਸਕਦੇ ਹੋ। ਪਰ ਜੇ ਉਹਦਾ ਜਿਹੜਾ ਹੈਗਾ ਸਟੇਟਸ ਲੀਗਲ ਨਹੀਂ ਹੈਗਾ, ਵੀ ਉੱਦਾਂ ਹੀ ਆਇਆ ਬਾਰਡਰ ਕ੍ਰੋਸ ਕਰਕੇ, ਜਾਂ ਉਹ ਅਮਰੀਕਾ ਤੋਂ ਬਾਹਰ ਆ, ਫਿਰ I-485 ਅਜੇ ਅਪਲਾਈ ਨਹੀਂ ਹੋਣਾ, ਫਿਰ I-130 ਦੀ ਅਪਰੂਵਲ ਹੋਏਗੀ ਅਤੇ ਇੰਟਰਵਿਊ ਉਹਦੀ ਇੰਡੀਆ 'ਚ ਹੋਏਗੀ। ਅਗਲਾ ਸਵਾਲ ਹੈ ਜੀ ਕਿ ਅਸੈਲਮ ਸੀਕਰਸ ਨੂੰ ਕੋਈ ਫਾਇਦਾ ਹੋਊਗਾ ਜਿਹੜੇ 2011 ਤੋਂ ਬਾਅਦ ਆਏ। ਜਿਹੜਾ ਹੁਣ ਬਿੱਲ ਰੱਖਿਆ ਜੀ ਇਹਦੇ ਵਿੱਚ ਤਾਂ ਜਿਹੜੇ 2011 ਤੋਂ ਪਹਿਲਾਂ ਵਾਲੇ ਆ ਉਹਨਾਂ ਨੂੰ ਇਹ ਹੈਗਾ, ਉਹ ਵੀ ਟੈਂਪਰਰੀ ਵਰਕ ਪਰਮਿਟ 'ਤੇ ਪਰਮਿਸ਼ਨ ਆ, ਜਿੱਥੇ ਕਿ ਕੋਈ ਇਹਨਾਂ ਦੀ ਸਹਿਮਤੀ ਹੋਈ ਆ, ਅਤੇ ਮਤਲਬ ਬਾਅਦ ਵਾਲਿਆਂ ਦਾ ਮੈਨੂੰ ਨਹੀਂ ਲੱਗਦਾ ਵੀ ਇਸ ਦੇ ਅੰਡਰ ਕੋਈ ਫਾਇਦਾ ਇਹ 'ਚ ਹੋਏਗਾ। ਅਗਲਾ ਸਵਾਲ ਹੈ ਜੀ ਕਿ F4 ਦਾ ਫੈਮਿਲੀ ਕੇਸ ਲੱਗਿਆ ਹੋਇਆ ਮਈ 10 2019 ਦਾ ਕਿੰਨਾ ਟਾਈਮ ਲੱਗੂਗਾ? ਇਹਦਾ ਬਹੁਤ ਟਾਈਮ ਲੱਗੂਗਾ ਜੀ, ਅਜੇ ਤਾਂ 2005 ਚੱਲ ਰਿਹਾ, 2019 ਨੂੰ ਤਾਂ ਜੇ ਤੁਸੀਂ ਲਾ ਲਓ 16-17 ਸਾਲ ਲੱਗ ਜਾਣੇ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਵੀ ਸੈਨੇਟ ਪਾਰਲੀਮੈਂਟੇਰੀਅਨ ਕੋਲ ਕਿੰਨੇ ਕੁ ਚਾਂਸ ਨੇ ਕਿ ਉਹ ਇਹ ਇਮੀਗ੍ਰੇਸ਼ਨ ਪ੍ਰੋਵੀਜ਼ਨ ਨੂੰ ਮੰਨ ਜਾਏਗੀ? ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਸਾਨੂੰ ਸੈਨੇਟਰਾਂ ਨੇ ਦੱਸਿਆ ਕਿ ਚਾਂਸ ਹੈਗੇ ਆ, ਕੋਸ਼ਿਸ਼ ਪੂਰੀ ਕਰ ਰਹੇ ਆ, ਪਰ ਅਜੇ ਕੁਝ ਨਹੀਂ ਪਤਾ। ਉਹਨਾਂ ਦੀ ਗੱਲਬਾਤ ਉਹਨਾਂ ਨਾਲ ਚੱਲ ਰਹੀ ਹੈ, ਕਿਉਂਕਿ ਪਹਿਲਾਂ ਇਹਨਾਂ ਨੇ ਰੱਖਿਆ ਸੀ ਕਿ ਗ੍ਰੀਨ ਕਾਰਡ ਦੇ ਦਿਓ ਪਰਮਾਨੈਂਟ ਇਮੀਗ੍ਰੇਸ਼ਨ, ਉਹ 'ਤੇ ਉਹ ਨਹੀਂ ਮੰਨੀ। ਪਰ ਹੁਣ ਜਿਹੜਾ ਟੈਂਪਰਰੀ ਹੈਗਾ ਇਹ 'ਤੇ ਸ਼ਾਇਦ ਮੰਨ ਜਾਵੇ, ਖਾਸ ਕਰਕੇ ਜਿਹੜੀ ਰਿਪੋਰਟ ਆਈ ਆ ਕਿ ਅਮਰੀਕਨ ਇਕੋਨਮੀ ਨੂੰ ਜੋਬਸ ਦੀ ਲੋੜ ਆ, ਉਹਦੇ ਵਾਸਤੇ ਇਹਨਾਂ ਕੋਲ ਵਰਕ ਪਰਮਿਟ 'ਤੇ ਬੰਦੇ ਚਾਹੀਦੇ ਕੰਮ ਕਰਨ ਲਈ। ਸੋ ਜਿਹੜੇ ਇੱਥੇ ਲੱਖਾਂ ਲੋਕ ਬਿਨਾਂ ਵਰਕ ਪਰਮਿਟ ਤੋਂ ਹੈਗੇ ਆ, ਜੇ ਉਹਨਾਂ ਨੂੰ ਵਰਕ ਪਰਮਿਟ ਦੇ ਦੇਣ ਤਾਂ ਉਹ ਕੰਮ ਕਰ ਸਕਦੇ ਆ ਅਤੇ ਇਕੋਨਮੀ ਦੀ ਲੋੜ ਪੂਰੀ ਹੋਊਗੀ। ਉਸ ਵਾਸਤੇ ਸ਼ਾਇਦ ਉਹ ਮੰਨ ਜਾਵੇ, ਮੰਨਣਾ ਚਾਹੀਦਾ ਵੀ ਆ, ਕਿਉਂਕਿ ਇੱਥੇ ਇੰਨੇ ਬੰਦੇ ਵਿਦਆਊਟ ਵਰਕ ਪਰਮਿਟ ਰਹਿ ਰਹੇ ਆ, ਉਹਦੀ ਕੋਈ ਸੈਂਸ ਨਹੀਂ ਬਣਦੀ। ਜੇ ਉਹ ਕੰਮ ਵਰਕ ਪਰਮਿਟ 'ਤੇ ਕਰਨਗੇ, ਟੈਕਸ ਭਰਨਗੇ, ਉਹਦਾ ਇਕੋਨਮੀ ਨੂੰ ਫਾਇਦਾ ਹੋਏਗਾ। ਅਗਲਾ ਸਵਾਲ ਹੈ ਜੀ ਕਿ ਰਿਮੇਨ ਇਨ ਮੈਕਸੀਕੋ ਪਾਲਿਸੀ ਕਦੋਂ ਤੋਂ ਲਾਗੂ ਹੋ ਰਹੀ ਹੈ, ਬਾਰੇ ਇਨਫੋਰਮੇਸ਼ਨ ਦਿਓ। ਉਹ ਲਾਗੂ ਹੋ ਗਈ ਜੀ, ਉਹ ਮੈਂ ਹੁਣੇ ਅੱਜ ਦੱਸ ਕੇ ਹਟਿਆ ਕਿ ਪਾਲਿਸੀ ਲਾਗੂ ਹੋ ਗਈ ਆ, ਅਤੇ ਅਜੇ ਇਹ ਕਲੀਅਰ ਨਹੀਂ ਆ ਕਿ ਪਾਲਿਸੀ ਦੇ ਵਿੱਚ ਸ਼ਾਮਲ ਕੌਣ ਕੌਣ ਹੋਊਗਾ। ਕੀ ਜਿਹੜੇ ਸਪੈਨਿਸ਼ ਸਪੀਕਿੰਗ ਲੋਕ ਨੇ ਉਹੀ ਸ਼ਾਮਲ ਹੋਣਗੇ, ਜਿਹੜੇ ਕਿ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਆਉਂਦੇ ਆ, ਜਿਵੇਂ ਬ੍ਰਾਜ਼ੀਲ ਤੋਂ ਆਉਂਦੇ ਆ ਜਾਂ ਗੁਆਟੇਮਾਲਾ ਤੋਂ ਆਉਂਦੇ ਆ, ਜਾਂ ਇਹ 'ਚ ਇੰਡੀਆ ਵਾਲੇ ਵੀ ਹੋਣਗੇ? ਇਹਦੇ ਬਾਰੇ ਕੁਝ ਨਹੀਂ ਅਜੇ ਕਹਿ ਸਕਦੇ। ਇਹ ਜਦੋਂ ਹੁਣ ਸਮਾਂ ਅੱਗੇ ਦੱਸੇਗਾ, ਜਿਵੇਂ ਜਿਵੇਂ ਹੋਏਗਾ ਜਾਣਕਾਰੀ ਦਿਆਂਗੇ। ਅਗਲਾ ਸਵਾਲ ਹੈ ਜੀ ਕਿ ਮੇਰੇ ਉਹ ਕਹਿ ਰਹੇ ਆ ਕਿ ਡੈਡੀ ਜੀ USA 'ਚ ਗ੍ਰੀਨ ਕਾਰਡ ਹੋਲਡਰ ਨੇ, ਉਹਨਾਂ ਨੇ ਸਾਡਾ ਅਪਲਾਈ ਕੀਤਾ ਹੈ ਅਤੇ 9 ਅਗਸਤ ਨੂੰ ਸਾਰੇ ਜਿਹੜੇ ਹੈਗੇ ਆ ਲਾਸਟ ਸਟੈਪ ਵੀ ਹੋ ਗਿਆ, ਅਤੇ ਹੁਣ ਇਹ ਆ ਕਿ ਇਹਨੂੰ ਕਿੰਨਾ ਟਾਈਮ ਲੱਗੂਗਾ। ਅਤੇ ਬਾਕੀ ਇਹ ਉਹਨਾਂ ਨੇ ਲਿਖਿਆ ਕਿ ਮੇਰੇ ਮਤਲਬ ਫਾਦਰ ਸਾਹਿਬ ਬਿਮਾਰ ਨੇ, ਹੌਸਪੀਟਲ 'ਚ ਨੇ, ਕੀ ਸਾਨੂੰ ਵਿਜ਼ਟਰ ਵੀਜ਼ਾ ਮਿਲ ਸਕਦਾ ਜਾਂ ਇਹ ਫਾਸਟ ਹੋ ਸਕਦਾ? ਦੇਖੋ, ਵਿਜ਼ਟਰ ਵੀਜ਼ੇ ਵਾਸਤੇ ਤਾਂ ਕੋਈ ਵੀ ਅਪਲਾਈ ਕਰ ਸਕਦਾ, ਤੁਸੀਂ ਕਰ ਸਕਦੇ ਹੋ, ਪਰ ਕੋਈ ਗਰੰਟੀ ਨਹੀਂ ਮਿਲੇ ਕਿ ਨਾ ਮਿਲੇ। ਲੇਕਿਨ ਇਸ ਕਰਕੇ ਇਸ ਕੈਟਾਗਰੀ ਦਾ ਫਾਸਟ ਹੋਣ ਦਾ ਕੋਈ ਇੱਦਾਂ ਦਾ ਚਾਂਸ ਨਹੀਂ ਹੈਗਾ ਵੀ ਉਹਦੇ ਕਰਕੇ ਉਹ ਤੇਜ਼ ਕਰ ਦੇਣਗੇ। ਅਤੇ ਪਰ ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਪਿਤਾ ਜੀ ਠੀਕ ਹੋ ਜਾਣਗੇ, ਕਿਉਂਕਿ ਅਮਰੀਕਾ ਦੇ ਵਿੱਚ ਇਲਾਜ ਜਿਹੜਾ ਹੈਗਾ ਉਹ ਕਾਫੀ ਮਤਲਬ ਬਿਹਤਰ ਹੈ, ਇੱਥੇ ਕੇਅਰ ਬਹੁਤ ਹੁੰਦੀ ਆ। ਬਾਕੀ ਖੈਰ ਬਿਮਾਰੀ 'ਤੇ ਵੀ ਜਿਹੜਾ ਡਿਪੈਂਡ ਕਰਦਾ ਵੀ ਕੀ ਆ, ਪਰ ਇਹਦੇ ਕਰਕੇ ਜੇ ਆਪਾਂ ਇਹ ਕਹੀਏ ਵੀ ਕੈਟਾਗਰੀ ਤੇਜ਼ ਹੋ ਜਾਊਗੀ, ਉਹ ਨਹੀਂ ਹੋਣੀ। ਅਗਲਾ ਸਵਾਲ ਹੈ ਜੀ ਕਿ ਸਿਟੀਜ਼ਨ ਸਪਾਊਸ ਵੀਜ਼ੇ ਲਈ ਜਿਹੜਾ ਹੈਗਾ ਉਹ ਅਸੀਂ ਮਾਰਚ 2020 ਦਾ ਅਪਲਾਈ ਕੀਤਾ ਹੋਇਆ, ਜਨਵਰੀ 2021 'ਚ NVC ਤੋਂ ਅਪਰੂਵ ਹੋ ਕੇ ਚਲਿਆ ਗਿਆ, ਅਜੇ ਤੱਕ ਇੰਟਰਵਿਊ ਨਹੀਂ ਆਈ, ਕਿੰਨਾ ਟਾਈਮ ਲੱਗੂਗਾ? ਇਹਨੂੰ ਜੀ ਅੱਜ ਕੱਲ੍ਹ ਬਹੁਤ ਟਾਈਮ ਲੱਗ ਰਿਹਾ, ਕਿਉਂਕਿ ਇੰਟਰਵਿਊਜ਼ ਨਹੀਂ ਆ ਰਹੀਆਂ, ਪਿਛਲੇ ਮਹੀਨੇ ਵੀ ਇੰਟਰਵਿਊਆਂ ਨਹੀਂ ਹੋਈਆਂ, ਅਤੇ ਹੁਣ ਪਤਾ ਨਹੀਂ ਕਿੰਨਾ ਟਾਈਮ ਲੱਗੂ। ਇਹਦੇ ਬਾਰੇ ਹੁਣ ਅਸੀਂ ਆਪ ਚਿੰਤਤ ਹਾਂ ਵੀ ਇਹ ਕਿਉਂ ਇੱਦਾਂ ਹੋ ਰਿਹਾ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਕਹਿੰਦੇ ਜੁਲਾਈ 2005 ਦਾ ਅਪਲਾਈ ਕੀਤਾ ਹੋਇਆ, ਡਾਕੂਮੈਂਟ 2020 ਸਤੰਬਰ ਦੇ ਜਮ੍ਹਾਂ ਹੋ ਗਏ, ਅਤੇ ਹੁਣ ਕਦੋਂ ਇੰਟਰਵਿਊ ਆਊਗੀ? ਇੰਟਰਵਿਊ ਐਕਸਪੈਕਟਡ ਤਾਂ ਕਿਸੇ ਟਾਈਮ 'ਤੇ ਆ, ਆਉਣ ਨੂੰ ਤਾਂ ਹੋ ਸਕਦਾ ਮਹੀਨੇ 2 ਮਹੀਨੇ 'ਚ ਵੀ ਆ ਜਾਵੇ, ਪਰ ਅਜੇ ਇੰਟਰਵਿਊਆਂ ਸ਼ੁਰੂ ਨਹੀਂ ਹੋਈਆਂ, ਸੋ ਇਹਦੇ ਬਾਰੇ ਕੋਈ ਆਪਾਂ ਸਪੈਸੀਫਿਕ ਟਾਈਮ ਫਰੇਮ ਨਹੀਂ ਦੇ ਸਕਦੇ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਸਾਡੀ ਪ੍ਰਾਇਓਰਟੀ ਡੇਟ ਹੈਗੀ ਆ 1 ਫਰਵਰੀ 2005, ਸਾਡੇ ਸਾਰੇ ਪੇਪਰ ਸਪਟੈਂਬਰ ਵਿੱਚ ਅਪਰੂਵ ਹੋ ਗਏ, ਸਾਡੀ ਇੰਟਰਵਿਊ ਹੁਣ ਕਿਸ ਵੇਲੇ ਆਏਗੀ? ਦੇਖੋ, ਇਹੀ ਗੱਲ ਪਹਿਲਾਂ ਮੈਂ ਕਰਕੇ ਹਟਿਆ ਵੀ ਅਜੇ ਉੱਥੇ ਹੁਣ ਦੇਖੋ ਚੱਲ ਰਿਹਾ 15 ਸਤੰਬਰ 2005, ਅਤੇ ਇਹ ਭਾਈ ਸਾਹਿਬ ਕਹਿ ਰਹੇ ਆ ਕਿ ਸਾਡੀ ਫਰਵਰੀ 2005 ਦੀ ਪ੍ਰਾਇਓਰਟੀ ਡੇਟ ਆ। ਸੋ ਫਰਵਰੀ ਵਾਲਿਆਂ ਦੀ ਵੀ ਅਜੇ ਤੱਕ ਇੰਟਰਵਿਊ ਨਹੀਂ ਆਈ, ਇਹਦਾ ਕੁਛ ਨਹੀਂ ਪਤਾ ਕਦੋਂ ਆਏਗੀ। ਹੋ ਸਕਦਾ ਮਤਲਬ 3 ਮਹੀਨੇ ਹੋਰ ਲੱਗਣ, ਹੋ ਸਕਦਾ 6 ਲੱਗ ਜਾਣ, ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ। ਲੇਕਿਨ ਇਹਦੇ ਬਾਰੇ ਅਸੀਂ ਆਵਾਜ਼ ਉਠਾ ਰਹੇ ਹਾਂ।
ਅਸੀਂ ਪਿਛਲੀ ਮੀਟਿੰਗ 'ਚ ਵੀ ਠਾਈ ਆ, ਹੁਣ ਫੇਰ ਮਿਲਾਂਗੇ, ਫੇਰ ਠਾਵਾਂਗੇ। ਅਗਲਾ ਸਵਾਲ ਹੈ ਜੀ ਕਿ ਮੁੰਬਈ ਦੇ ਵਿੱਚ F2A ਕੈਟਾਗਰੀ ਗ੍ਰੀਨ ਕਾਰਡ ਦੀ ਇੰਟਰਵਿਊ ਨਹੀਂ ਆ ਰਹੀ। ਬਿਲਕੁਲ ਠੀਕ ਹੈ ਜੀ, ਇੰਟਰਵਿਊ ਉਹਦੀ ਵੀ ਨਹੀਂ ਆ ਰਹੀ, ਬਲਕਿ ਜਿਹੜਾ ਸਿਟੀਜ਼ਨ ਉਹਦੀ ਵੀ ਨਹੀਂ ਆ ਰਹੀ। ਸੋ ਇਹ ਇੰਟਰਵਿਊਆਂ ਬੰਦ ਨੇ, ਕੀ ਕਾਰਨ ਹੈ ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ ਕਿ ਜਿਹੜੀ ਸੁਪਰ ਫੀ ਦਾ ਕੀ ਬਣਿਆ। ਉਹ ਸੁਪਰ ਫੀ ਦੀ ਕੈਟਾਗਰੀ ਉਹਨਾਂ ਨੇ ਰੱਖੀ ਸੀ, ਜਿਹੜਾ ਪਹਿਲਾ ਸੀਗਾ ਬਿੱਲ ਉਹ ਪਾਸ ਨਹੀਂ ਹੋਇਆ, ਇਸ ਕਰਕੇ ਉਹਦਾ ਅਜੇ ਕੁਝ ਨਹੀਂ ਬਣਿਆ, ਉਹ ਅਜੇ ਲਾਗੂ ਨਹੀਂ ਹੋਇਆ। ਤੇ ਅਗਲਾ ਸਵਾਲ ਹੈ ਜੀ ਕਿ ਸਾਨੂੰ ਜਿਹੜਾ 60 ਡੇਜ਼ ਦੀ ਜਿਹੜੀ ਹੈਗੀ 5th ਟਾਈਮ ਈਮੇਲ ਆਈ ਹੈ। ਹਾਂਜੀ ਬਿਲਕੁਲ ਠੀਕ ਹੈ, ਐਮਬੈਸੀ ਵਾਲੇ ਉਹ ਜਿਹੜੀ ਈਮੇਲਾਂ ਭੇਜ ਰਹੇ ਨੇ ਵੀ 60 ਦਿਨ ਦੀਆਂ, ਵੀ 60 ਦਿਨ ਅਜੇ ਵੇਟ ਕਰੋ, 60 ਦਿਨ ਕਰੋ, ਤੇ ਉਹਨੂੰ ਟਾਈਮ ਲੱਗ ਰਿਹਾ। ਤੇ ਅਜੇ ਇਹਦਾ ਹੁਣ ਕੋਈ ਪਤਾ ਨਹੀਂ ਵੀ ਕਿੰਨਾ ਟਾਈਮ ਹੋਰ ਲੱਗੇ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਦੇ ਵਿੱਚ ਬੱਚੇ ਦੀ ਉਮਰ 21 ਸਾਲ ਤੋਂ ਉੱਪਰ ਹੋ ਗਈ ਆ, ਤੇ ਇਹਦੇ ਬਾਰੇ ਕੀ ਆ। ਦੇਖੋ ਇਸ ਤਰ੍ਹਾਂ ਆ ਵੀ ਇਹਦੇ 'ਚ ਜੇ ਤੁਸੀਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਕਵਰ ਹੋ ਗਏ ਤਾਂ ਬੱਚਾ ਆ ਸਕਦਾ। ਉਹਦੀ ਕੈਲਕੂਲੇਸ਼ਨ ਹੁੰਦੀ ਆ, ਦੇਖਣਾ ਪੈਂਦਾ ਕਿ ਜਦੋਂ ਅਪਲਾਈ ਹੋਇਆ ਉਦੋਂ ਬੱਚੇ ਦੀ ਕਿੰਨੀ ਉਮਰ ਆ, ਫਿਰ ਜਦੋਂ ਅਪਰੂਵਲ ਹੋਈ ਆ ਉਦੋਂ ਕਿੰਨੀ ਆ, ਫਿਰ ਜਦੋਂ ਪ੍ਰਾਇਓਰਟੀ ਡੇਟ ਕਰੰਟ ਹੋਈ ਆ ਉਦੋਂ ਕਿੰਨੀ ਆ। ਤੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਦੇ ਵਿੱਚੋਂ ਜਿਹੜਾ ਟਾਈਮ ਅਪਲਾਈ ਕਰਨ ਤੇ ਅਪਰੂਵਲ ਦਾ ਹੁੰਦਾ, ਉਹ ਜਦੋਂ ਪ੍ਰਾਇਓਰਟੀ ਡੇਟ ਕਰੰਟ ਆ ਜਿੰਨੀ ਉਮਰ ਉਹਦੇ ਵਿੱਚੋਂ ਕੱਢਿਆ ਜਾਂਦਾ। ਜੇ ਕੱਢ ਕੇ 21 ਸਾਲ ਤੋਂ ਘੱਟ ਰਹਿ ਜੇ ਤਾਂ ਫਿਰ ਉਹ ਕਵਰ ਹੋ ਸਕਦਾ। ਤੇ ਅਗਲਾ ਸਵਾਲ ਹੈ ਜੀ ਕਿ ਮੇਰਾ ਅਸਾਈਲਮ ਕੇਸ ਗ੍ਰਾਂਟ ਹੋਏ ਨੂੰ 9 ਮਹੀਨੇ ਤੋਂ ਉੱਤੇ ਹੋ ਗਏ, ਬੌਂਡ ਕਿਵੇਂ ਵਾਪਸ ਹੋਇਆ। ਇਹ ਇਸ ਤਰ੍ਹਾਂ ਹੁੰਦਾ ਜੀ, ਜੇ ਤਾਂ ਉਹ ਆਪਣੇ ਆਪ ਲੈਟਰ ਭੇਜ ਦਿੰਦੇ ਨੇ, ਜਿਹੜਾ ਹੁੰਦਾ ਜਿਹਨੇ ਬੌਂਡ ਭਰਿਆ ਉਹਦੇ ਕੋਲ, ਕਿ ਅਸੀਂ ਕਿ ਤੁਸੀਂ ਆ ਕੇ ਵਾਪਸ ਲੈ ਸਕਦੇ ਹੋ। ਨਾ ਭੇਜਣ ਤਾਂ ਤੁਸੀਂ ਅਪਾਇੰਟਮੈਂਟ ਬਣਾ ਕੇ, ਜਿਹੜਾ ਤੁਹਾਨੂੰ ਨੇੜਲਾ USCIS ਆਫਿਸ ਪੈਂਦਾ ਇਮੀਗ੍ਰੇਸ਼ਨ ਦਾ, ਜਿਹੜਾ ਤੁਹਾਨੂੰ ਵੱਡਾ ਮੇਨ ਆਫਿਸ ਨੇੜੇ ਪੈਂਦਾ ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਜਾਓ, ਆਪਣਾ ਜਿਹੜਾ ਗ੍ਰਾਂਟ ਲੈਟਰ ਲੈ ਕੇ ਜਾਓ, ਆਪਣਾ ਵਰਕ ਪਰਮਿਟ ਲੈ ਜਾਓ, ਅਤੇ ਜਿਹੜਾ ਤੁਹਾਡਾ ਗਰੰਟਰ ਹੈਗਾ ਜਿਹਨੇ ਉਹ ਭਰਿਆ ਬੌਂਡ ਉਹਨੂੰ ਨਾਲ ਲੈ ਕੇ ਜਾਓ। ਉੱਥੇ ਜਾਓ, ਤੁਹਾਨੂੰ ਫਿਰ ਉੱਥੇ ਉਹ ਸਿਸਟਮ ਦੇ ਵਿੱਚ ਪਾ ਕੇ ਤੇ ਲੈਟਰ ਇਸ਼ੂ ਕਰ ਦੇਣਗੇ। ਉਹ ਲੈਟਰ 'ਤੇ ਫਿਰ ਜਿਹੜਾ ਤੁਹਾਡੇ ਬੌਂਡ ਦੇ ਪੈਸੇ ਤੁਹਾਨੂੰ ਵਾਪਸ ਮਿਲ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਜਿਹੜਾ I-130 ਕੇਸ ਰਿਲੇਟਿਵ ਦਾ, ਇਹਨੂੰ ਅੱਜ ਕੱਲ੍ਹ ਅਪਰੂਵ ਹੋਣ ਨੂੰ ਕਿੰਨਾ ਟਾਈਮ ਲੱਗਦਾ। ਕਾਫੀ ਟਾਈਮ ਲੱਗਦਾ ਜੀ। ਜਿਹੜਾ ਅੱਗੇ ਕੇਸ 8 ਮਹੀਨੇ 9 ਮਹੀਨੇ ਜਾਂ 10 ਮਹੀਨੇ 'ਚ ਅਪਰੂਵ ਹੁੰਦਾ ਸੀ, ਇਹਨੂੰ ਅੱਜ ਕੱਲ੍ਹ 1.5 ਤੋਂ 2 ਸਾਲ ਲੱਗ ਰਹੇ, ਕਈਆਂ ਨੂੰ ਤਾਂ 2 ਸਾਲ ਤੋਂ ਉੱਪਰ ਟਾਈਮ ਲੱਗ ਰਿਹਾ, ਕਾਫੀ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਮੇਰਾ ਵਰਕ ਪਰਮਿਟ ਅਪਲਾਈ ਕੀਤੇ ਨੂੰ 9 ਮਹੀਨੇ ਹੋ ਗਏ ਅਤੇ ਅਜੇ ਤੱਕ ਨਹੀਂ ਆਇਆ। ਜਿਹੜਾ ਰਿਨਿਊਅਲ ਲਈ ਆਪਾਂ ਅਪਲਾਈ ਕਰਦੇ ਹਾਂ ਉਹਨੂੰ 1 ਸਾਲ ਲੱਗ ਰਿਹਾ। ਸੋ ਇਹ ਮਸਲਾ ਅਸੀਂ ਉਠਾਇਆ ਸੀ ਸੈਂਟਰਾਂ ਕੋਲ, ਫੇਰ ਉਠਾਵਾਂਗੇ, ਕਿਉਂਕਿ ਇਹ ਜਿਹੜਾ ਬਹੁਤ ਟਾਈਮ ਲੱਗ ਰਿਹਾ ਅਤੇ ਜੋ ਕਿ ਗਲਤ ਆ। ਇਕੋਨਮੀ ਨੂੰ ਵੀ ਬੰਦਿਆਂ ਦੀ ਲੋੜ ਆ, ਅਤੇ ਸਾਲ ਵਰਕ ਪਰਮਿਟ ਨਾ ਮਿਲਣਾ ਕੋਈ ਮਤਲਬ ਜਿਹੜੀ ਹੈਗੀ ਇਟ ਡਜ਼ਨਟ ਮੇਕ ਐਨੀ ਸੈਂਸ। ਅਤੇ ਇਹ ਟਾਈਮ ਘੱਟ ਹੋਣਾ ਚਾਹੀਦਾ। ਪਰ ਜੇ ਤੁਸੀਂ ਇਨੀਸ਼ੀਅਲ ਵਰਕ ਪਰਮਿਟ ਕਰਨਾ ਪਹਿਲੀ ਵਾਰੀ, ਤਾਂ ਜੇ ਤੁਸੀਂ ASAP ਦੀ ਮੈਂਬਰਸ਼ਿਪ ਲਈ ਆ ਤਾਂ 6 ਮਹੀਨੇ ਬਾਅਦ ਕਰ ਸਕਦੇ ਹੋ, ਨਹੀਂ 1 ਸਾਲ ਬਾਅਦ। ਸੋ ਜੇ ਤੁਸੀਂ ਮੈਂਬਰਸ਼ਿਪ ਲਈ ਜਿਹੜਾ 6 ਮਹੀਨੇ ਬਾਅਦ ਤੁਸੀਂ ਇਨੀਸ਼ੀਅਲ ਕਰਦੇ ਹੋ, ਉਹ ਅੱਜ ਕੱਲ੍ਹ ਤਕਰੀਬਨ ਜਿਹੜਾ ਹੈਗਾ 1.5-2 ਮਹੀਨੇ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਜਿਹੜਾ ਹੈਗਾ ਉਹ ਮਿਲ ਜਾਂਦਾ। ਅਗਲਾ ਸਵਾਲ ਹੈ ਜੀ ਕਿ ਗ੍ਰੀਨ ਕਾਰਡ ਰਿਨਿਊ ਨੂੰ ਕਿੰਨਾ ਟਾਈਮ ਲੱਗਦਾ। ਮੈਨੂੰ 7 ਮਹੀਨੇ ਹੋ ਗਏ। ਇਹਨੂੰ ਵੀ ਵੀਰ ਜੀ ਅੱਜ ਕੱਲ੍ਹ 1.5 ਤੋਂ 2 ਸਾਲ ਲੱਗਦੇ ਆ। ਸੋ ਤੁਹਾਨੂੰ ਵੇਟ ਕਰਨੀ ਪੈਣੀ ਆ। ਅਤੇ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਤੇ ਇਹਦੇ ਨਾਲ ਮੈਂ ਇੱਕ ਹੋਰ ਜਾਣਕਾਰੀ ਦੇ ਦਿਆਂ ਵੀ ਸਾਡਾ ਜਿਹੜਾ ਆਫਿਸ ਹੈ ਨਿਊਯਾਰਕ ਦਾ, ਉਹ ਜੈਕਸਨ ਹਾਈਟ ਤੋਂ ਹੁਣ ਤਬਦੀਲ ਹੋ ਕੇ ਅਸੀਂ ਆ ਗਏ ਹਾਂ ਜੀ ਰਿਚਮੰਡ ਹਿੱਲ। ਉੱਥੇ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਕਾਫੀ ਵੱਡਾ ਆਫਿਸ ਹੁਣ ਹੈ ਸਾਡੇ ਕੋਲ, ਕਿਉਂਕਿ ਅੱਗੇ ਥਾਂ ਘੱਟ ਸੀਗੀ ਸਟਾਫ ਵਗੈਰਾ ਨੂੰ ਬਿਠਾਉਣ ਲਈ, ਹੁਣ ਠੀਕ ਆ। ਅਤੇ ਉਹਦਾ ਐਡਰੈਸ ਹੈਗਾ 108-14 ਜਮੇਕਾ ਐਵਨਿਊ ਰਿਚਮੰਡ ਹਿੱਲ। ਸੋ 108-14 ਜਮੇਕਾ ਐਵਨਿਊ ਰਿਚਮੰਡ ਹਿੱਲ। ਫ਼ੋਨ ਨੰਬਰ ਉਹੀ ਆ 7185338444। ਅਤੇ ਉੱਥੇ ਤੁਸੀਂ ਜਿਹੜੇ ਉਸ ਏਰੀਏ ਦੇ ਬੰਦੇ ਆ, ਉੱਥੇ ਜਦੋਂ ਮਰਜ਼ੀ ਜਾ ਸਕਦੇ ਹੋ, ਸੰਪਰਕ ਕਰ ਸਕਦੇ ਹੋ। ਇਹਦੇ ਨਾਲ ਸਾਡਾ ਓਕ ਟਰੀ ਰੋਡ ਨਿਊ ਜਰਸੀ ਦੇ ਵਿੱਚ ਵੀ ਆਫਿਸ ਹੈਗਾ, ਅਤੇ ਉਹਦੀ ਓਕ ਟਰੀ ਰੋਡ ਜਿੱਥੇ ਇੰਡੀਅਨ ਮਾਰਕੀਟ ਆ ਉੱਥੇ ਆ। ਅਤੇ ਉਹਦਾ ਹੈਗਾ ਐਡਰੈਸ 2060 ਓਕ ਟਰੀ ਰੋਡ ਸਵੀਟ 1 ਐਡੀਸਨ ਨਿਊ ਜਰਸੀ, ਐਡੀਸਨ ਦੇ ਵਿੱਚ ਇਹ ਪੈਂਦਾ। ਅਤੇ ਜਿਹੜਾ ਫਰੀਮਾਊਂਟ ਆਫਿਸ ਹੈਗਾ ਕੈਲੀਫੋਰਨੀਆ ਦੇ ਵਿੱਚ, ਉਹ ਹੈ 44808 ਸਾਊਥ ਗ੍ਰਿਮਰ ਬੁਲੇਵਾਰਡ ਫਰੀਮਾਊਂਟ। ਉਹਦਾ ਨੰਬਰ ਹੈ 5106576444। ਜਿਹੜਾ ਫਰਿਜ਼ਨੋ ਦਾ ਆਫਿਸ ਹੈਗਾ ਉਹ ਹੈਗਾ 4491 ਵੈਸਟ ਸ਼ਾਹ ਐਵਨਿਊ ਸਵੀਟ 131 ਫਰਿਜ਼ਨੋ। ਅਤੇ ਜਿਹੜਾ ਸੈਕਰਾਮੈਂਟੋ ਦਾ ਆਫਿਸ ਉਹ ਹੈਗਾ 2951 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। ਅਤੇ ਇੱਦਾਂ ਹੀ ਸਾਡਾ ਸਬ ਆਫਿਸ ਇੱਕ ਬਾਲਟੀਮੋਰ ਦੇ ਵਿੱਚ ਵੀ ਆ। ਅਤੇ ਪਰ ਤੁਸੀਂ ਸਾਨੂੰ ਇਹਨਾਂ ਨੰਬਰਾਂ 'ਤੇ ਫੋਨ ਕਰ ਸਕਦੇ ਹੋ, ਜਾਂ ਆਹ ਨੰਬਰ 'ਤੇ 9179154142। ਅਤੇ ਇਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।
Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ. More than 17 years of legal experience. Jaspreet Singh, attorney at law.